ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਮਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਵਤ ਖਸਮੰਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾ। ਵਾਹਿਗੁਰੂ ਜੀ। ਸੱਤਰ ਸੈ ਸਲਾਰ ਹੈ ਜਾ ਕੇ, ਸਵਾ ਲਾਖ ਪੈਕੰਬਰ ਤਾਕੇ। ਸ਼ੇਖ ਜੋ ਕਹੀਐ ਕੋਟ 88, 56 ਕੋਟ ਜਾਕੈ ਖੇਲ ਖਾਸੀ। 70 ਸੈ ਸਾਲਾਰ ਹੈ ਜਾ ਕੇ, ਸਵਾ ਲਾਖ ਪੈਗੰਬਰ ਤਾਕੇ। ਸ਼ੇਖ ਜੋ ਕਹੀਐ ਕੋਟ 88, 56 ਕੋਟ ਜਾਕੈ ਖੇਲ ਖਾਸੀ। ਮੋਹ ਗਰੀਬ ਕੀ ਕੋ ਗੁਜਰਾਵੈ, ਮਜਲਸ ਦੂਰ ਮਹਿਲ ਕੋ ਪਾਵੈ। ਰਹਾਉ 33 ਕਰੋੜੀ ਹੈ ਖੇਲ ਖਾਨਾ, 84 ਲੱਖ ਫਿਰੈ ਦਿਵਨ। ਬਾਬਾ ਆਦਮ ਕਉ ਕਿਛ ਨਦਰ ਦਿਖਾਈ, ਉਨ ਪੇ ਪਿਸਤ ਕਨੇਰੀ ਪਾਈ। ਦਿਲ ਖਲਹਲ ਜਾਕੈ ਜ਼ਰਦ ਰੂਬਾਨੀ, ਛੋੜ ਕਤੇਵ ਕਰੇ ਸੈਤਾਨੀ। ਦੁਨੀਆ ਰੋ ਦੋਸ ਰੋਸ ਹੈ ਲੋਈ, ਆਪਣਾ ਕੀਆ ਪਾਵੈ ਸੋਈ। ਤੁਮ ਦਾਤੇ ਹਮ ਸਦਾ ਭਿਖਾਰੀ, ਦੇਹੋ ਜਵਾਬ ਹੋਏ ਬਜਗਾਰੀ। ਦਾਸ ਕਬੀਰ ਤੇਰੀ ਪਨਾਹ ਸਮਾਨਾ, ਪਿਸਤ ਨਜੀਕ ਰਾਖ ਰਹਿਮਨ। ਤੁਮ ਦਾਤੇ ਹਮ ਸਦਾ ਭਿਖਾਰੀ, ਦਿਓ ਜਵਾਬ ਹੋਏ ਬਜਗਾਰੀ। ਦਾਸ ਕਬੀਰ ਤੇਰੀ ਪਨਾਹ ਸਮਾਨਾ, ਪਿਸਤ ਨਜ਼ੀਕ ਰਾਖ ਰਹਿਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ, ਬਾਣੀ ਦੇ ਬੋਹਿਤ ਬ੍ਰਹਮ ਗਿਆਨ ਦੇ ਸਾਗਰ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ। ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ, ਹਰਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ, ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਨਾਲ ਸੰਬੰਧਿਤ ਇਹ ਪਾਵਨ ਅਮੋਲ ਬਚਨ ਬਾਬਾ ਕਬੀਰ ਸਾਹਿਬ ਜੀ ਦੇ ਆਪ ਜੀ ਭੈਰੋਂ ਰਾਗ ਵਿੱਚੋਂ ਸਰਵਣ ਕਰ ਰਹੇ ਸੀ।
ਭਗਤ ਕਬੀਰ ਸਾਹਿਬ ਜੀ ਬਨਾਰਸ ਦੀ ਧਰਤੀ ਤੇ ਹੋਏ ਨੇ। ਉਹਨਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੇਅੰਤ ਅੰਕਿਤ ਹੈ। ਭਗਤ ਜੀ ਨੇ ਧਰਮ ਦੀ ਦੁਨੀਆ 'ਚ ਇੱਕ ਬੜੀ ਤਗੜੀ ਕ੍ਰਾਂਤੀ ਲਿਆਂਦੀ। ਜੋ ਧਰਮ ਦੇ ਨਾਂ ਤੇ ਵਰਨ ਵੰਡ ਸੀ, ਊਚ ਨੀਚ ਦਾ ਭੇਦ ਭਾਵ ਸੀ, ਉਹਦੇ ਵਿਰੁੱਧ ਬਹੁਤ ਇਨਕਲਾਬੀ ਗੱਲਾਂ ਕੀਤੀਆਂ। ਧਾਰਮਿਕ ਲੋਕ ਜ਼ਿਆਦਾਤਰ ਲੋਕਾਂ ਨੂੰ ਧਰਮ ਦੇ ਨਾਂ ਤੇ ਲਾਲਚ ਬੜੇ ਦਿਖਾਉਂਦੇ ਨੇ, ਬੜੇ ਸ਼ਬਦ ਬਾਗ ਦਿਖਾਏ ਜਾਂਦੇ ਨੇ ਕਿ ਜੇ ਤੁਸੀਂ ਸਾਡੇ ਮਤ ਵਿੱਚ ਆਓਗੇ ਤੁਹਾਨੂੰ ਮਰਨ ਤੋਂ ਬਾਅਦ ਇਹ ਕੁਝ ਮਿਲੇਗਾ। ਸਾਰੇ ਮਰਨ ਤੋਂ ਬਾਅਦ ਹੀ ਲਾਰੇ ਲਾਉਂਦੇ, ਜਿਉਂਦੇ ਜੀ ਨਹੀਂ ਲਾਉਂਦੇ। ਉਹਦਾ ਕਾਰਨ ਕਿ ਮਰਨ ਤੋਂ ਬਾਅਦ ਆ ਕੇ ਕਿਹੜਾ ਕਿਸੇ ਨੇ ਉਲਾਮਾ ਦੇਣਾ ਕਿ ਜੋ ਤੁਸੀਂ ਕਿਹਾ ਸੀ ਸਾਨੂੰ ਮਿਲਿਆ ਨਹੀਂ ਹੈ। ਮਰਨ ਤੋਂ ਬਾਅਦ ਸਵਰਗ ਦੀ ਗੱਲ ਕੀਤੀ ਜਾਂਦੀ ਹੈ। ਸਵਰਗ ਦੇ ਵਿੱਚ ਅਨੇਕ ਤਰ੍ਹਾਂ ਦੇ ਲਾਲਚ ਦੱਸੇ ਜਾਂਦੇ ਨੇ, ਮਨ ਨੂੰ ਲੁਭਾਉਣ ਵਾਲੀਆਂ ਚੀਜ਼ਾਂ ਜੋ ਇੱਕ ਦੁਨਿਆਵੀ ਬੰਦਾ ਚਾਹੁੰਦਾ ਹੈ। ਉੱਥੇ ਦੇ ਐਸੋ ਇਸ਼ਰਤ ਦੇ ਸਾਧਨ ਗਿਣ ਗਿਣ ਕੇ ਗਿਣਾਏ ਜਾਂਦੇ ਨੇ। ਬਾਬਾ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋ, ਉਹਦੇ ਵਿੱਚ ਬਹੁਤ ਸਾਰੇ ਤੁਹਾਨੂੰ ਇਸਲਾਮ ਮਤ ਦੇ ਲਫ਼ਜ਼ ਮਿਲਣਗੇ, ਬਹੁਤ ਸਾਰੇ ਹਿੰਦੂ ਮਤ ਦੇ ਮਿਲਣਗੇ। ਅੱਜ ਦਾ ਜੋ ਪਵਿੱਤਰ ਸ਼ਬਦ ਅਸੀਂ ਸਰਵਣ ਕਰ ਰਹੇ ਹਾਂ, ਭਗਤ ਜੀ ਇੱਕ ਮੁਸਲਮਾਨ ਨਾਲ ਗੱਲਬਾਤ ਕਰ ਰਹੇ ਨੇ। ਲੱਗਦਾ ਹੈ ਜਿਵੇਂ ਭਗਤ ਜੀ ਨੂੰ ਉਹਨਾਂ ਨੇ ਆਪਣੇ ਮਤ ਵਿੱਚ ਆਉਣ ਦੀ ਪ੍ਰੇਰਣਾ ਕੀਤੀ ਹੋਏ। ਅਕਸਰ ਸਮੇਂ-ਸਮੇਂ ਤੇ ਜੋ ਰੱਬੀ ਪਿਆਰੇ ਹੁੰਦੇ ਨੇ ਉਹਨਾਂ ਨੂੰ ਆਪਣੇ ਮਤ ਵਿੱਚ ਲਿਆਉਣ ਲਈ ਬੜੇ ਯਤਨ ਹੁੰਦੇ ਨੇ। ਭਗਤ ਨਾਮਦੇਵ ਜੀ ਨੂੰ ਕਿਹਾ ਗਿਆ, ਭਗਤ ਕਬੀਰ ਸਾਹਿਬ ਜੀ ਤੇ ਵੀ ਜ਼ੋਰ ਜ਼ੁਲਮ ਹੋਇਆ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਹ ਗੱਲ ਕਹੀ ਗਈ ਕਿ ਸਾਡੇ ਮਤ ਵਿੱਚ ਤੁਸੀਂ ਆ ਜਾਓ। ਸਿੱਧਾ ਨੇ ਕਿਹਾ, ਹੋਰਨਾਂ ਨੇ ਵੀ ਕਿਹਾ, ਪਰ ਰੱਬ ਦੇ ਪਿਆਰਿਆਂ ਦਾ ਇੱਕੋ ਹੀ ਮਤ ਹੁੰਦਾ ਹੈ ਜੋ ਸਮੁੱਚੀ ਮਾਨਵਤਾ ਦਾ ਮਤ ਹੈ। ਉਹ ਹੈ ਕਿ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਇਨਸਾਨੀ ਗੁਣ ਜ਼ਿੰਦਗੀ ਅੰਦਰ ਗ੍ਰਹਿਣ ਕਰਨੇ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਜੀਵਨ ਦਾ ਆਨੰਦ ਮਾਣਨਾ, ਜ਼ਿੰਦਗੀ ਦਾ ਚਾਅ ਮੰਨਣਾ, ਇਹ ਜ਼ਿੰਦਗੀ ਦਾ ਮਕਸਦ ਹੈ। ਜ਼ਿੰਦਗੀ ਦਾ ਮਕਸਦ ਕੋਈ ਸਵਰਗ, ਕੋਈ ਬਿਸਤ ਨਹੀਂ ਹੈ। ਜੋ ਸਵਰਗ ਜਾਂ ਬਿਸਤ ਦੇ ਅਰਥ ਨੇ ਉਹ ਤੇ ਮਨੁੱਖਾਂ ਨੂੰ ਦੱਸੇ ਹੀ ਨਹੀਂ ਗਏ। ਬਾਬਾ ਕਬੀਰ ਸਾਹਿਬ ਜੀ ਨੂੰ ਜਿਵੇਂ ਦੱਸਿਆ ਗਿਆ ਕਿ ਮਰਨ ਤੋਂ ਬਾਅਦ ਬਿਸਤਾਂ ਮਿਲਦੀਆਂ ਨੇ, ਜੇ ਸਾਡੇ ਮਤ 'ਚ ਆਓਗੇ ਮਰਨ ਤੋਂ ਬਾਅਦ ਤੁਸੀਂ ਜਾਓਗੇ ਜਿੱਥੇ, ਉੱਥੇ ਇੰਨੇ ਪੈਗੰਬਰ ਮਿਲਦੇ ਨੇ ਰੱਬ ਦੇ ਦਰ ਤੇ, ਇੰਨੀਆਂ ਹੂਰਾਂ ਪਰੀਆਂ ਮਿਲਦੀਆਂ ਨੇ। ਉਹ ਖੁਦਾਵੰਦ ਕਰੀਮ ਦੀ ਇਹੋ ਜਿਹੀ ਦਰਗਾਹ ਹੈ, ਉੱਥੇ ਇੰਨੇ ਉਹਦੇ ਸੇਵਾਦਾਰ ਨੇ, ਬਹੁਤ ਗਿਣਤੀਆਂ ਕਰ ਕਰਕੇ ਦੱਸੀਆਂ ਜਾਂਦੀਆਂ ਨੇ। ਇੱਦਾਂ ਹੀ ਹਿੰਦੂ ਮਤ ਵਿੱਚ ਕਿਹਾ ਜਾਂਦਾ ਹੈ ਮਰਨ ਤੋਂ ਬਾਅਦ ਸਵਰਗ ਮਿਲੇਗਾ, ਪਰੀਆਂ ਮਿਲਣਗੀਆਂ, ਉੱਥੇ ਇਸ ਤਰੀਕੇ ਦੇ ਸੁੱਖ ਸਹੂਲਤਾਂ ਨੇ। ਬਾਬਾ ਕਬੀਰ ਸਾਹਿਬ ਜੀ ਉਹਨਾਂ ਸਾਰਿਆਂ ਦੀ ਚਰਚਾ ਕਰਕੇ ਕਹਿੰਦੇ ਨੇ ਕਿ ਏਡਾ ਵੱਡਾ ਤੁਸੀਂ ਰੱਬ ਦਾ ਦਰਬਾਰ ਦੱਸ ਦਿੱਤਾ, ਨਾਲੇ ਤੁਸੀਂ ਕਹਿੰਦੇ ਹੈਗਾ ਬੜੀ ਦੂਰ ਹੈ। ਹੁਣ ਜਿਸ ਰੱਬ ਦੇ ਦਰਬਾਰ ਵਿੱਚ ਇੰਨੀ ਗਹਿਮਾ ਗਹਿਮੀ ਹੈ, ਐਡੀ ਦੂਰ ਹੈ, ਮੈਨੂੰ ਗਰੀਬ ਨੂੰ ਕਿਸੇ ਨੇ ਉੱਥੇ ਕੀ ਪੁੱਛਣਾ ਹੈ, ਮੇਰੀ ਕੀ ਉੱਥੇ ਵੱਟੀ ਜਾਣੀ ਹੈ। ਆਸਾ ਰਾਗ ਵਿੱਚ ਬਾਬਾ ਕਬੀਰ ਸਾਹਿਬ ਜੀ ਦਾ ਭਜਨ, ਹਮ ਗਰੀਬ ਖੁਦਾਈ ਬੰਦੇ, ਹਮ ਗਰੀਬ ਮਸਕੀਨ खुदाई बंदे तुम राजस मन पावे, अल्लाह अवल दीन को साहिब तुमको जोर नहीं फरमावे, काजी बोलिया बन नहीं आवे। हे काजी केवल गल्लां बातां दे नाल गल नहीं बननी, असी गरीब बंदे हाँ, मस्कीन बंदे हाँ, लेकिन तुसी जोर जुल्म करदे हो। तुम राजस मन पावे, राजस तुसी राजनीतिक शक्ति के दबाव नाल सानू मुसलमान बनाना चाहते हो, सानू अपने मत विच लियाउणा चाहते हो। अल्लाह अवल दीन को साहिब, केवल अल्लाह वाहिगुरु प्रभु ही साहिब है, मालिक है मजहब दा। असी ते वो अल्लाह दे मजहब विच हां, असी उस परमात्मा दे मजहब विच हां जे सारे मजहब दा मालिक है। पर जोर नहीं फरमावे, परमात्मा ने तो कदी किसी नाल जोर नहीं किया। परमात्मा ने मनुख नूं जिंदगी दिती है, मनुख नूं अधिकार दिते ने, अखां देखण लई दित्तियां ने, कंन सुण लई दिते ने, पैर चलण लई दिते ने, हथ काम करन लई दिते ने, जिहबा बोलण लई दिती है। परमात्मा ने अज तक किसी दे अधिकारां नूं दबाया नहीं है।
परमात्मा ने कदी किसी नूं कहा डंडे नाल मेरा नाम जप तूं, जां तूं मेरा नाम गलत जप रहा, किते परमात्मा ने डंडा मारिया होए। इत्थे परमात्मा दे नां ते जिहड़े अपने आप नूं बड़े कट्टड़ समझण वाले लोग ओही डंडे नाल ही सब कुछ काम चलाउंदे कि साडे मत विच आ जा, साडे मार्ग विच आ जा। आपो अपने मत दीयां वडियाइयां दसना हर किसी दा हक है, फर्ज है। मनुखता दे भले लई लोगां नूं चंगा राह दर्शाउणा हर मनुख दा इह फर्ज है, पर किसी नूं जोर जबरदस्ती उधर चलाउणा इह किसी मनुख नूं अधिकार नहीं है, भावें वो किसी भी मत दा होए। परमात्मा कदी नहीं कहंदा मेरा नाम जपो। परमात्मा कदी किसी नूं कोई सज़ा नहीं दिंदा कि मेरे नाल तू नाम नहीं जपिया तैनूं सज़ा देनी है। हाँ, जो प्रकृति दे निजम ने, जो वाहिगुरू जी दे निजम ने, जो हुक्म है वाहिगुरू जी दा, उस हुक्म तो उल्ट असीं चलांगे तो जिंदगी च दुख ते आपे आई जाने। ये तो परमात्मा ने नहीं देने, तो एक निजम है कि जो तुसीं धरती च बीजोगे वो वड्ढना तुहानूं पैना। अखां देखण लई ने, तुसीं की देखना है तुहाडी मर्जी है, पर एक गल यकीनन सच है कि जो देखोगे उहदा असर तां तुहाडे ते पैना। तुसीं अग विच हथ पाया है, तुहाडी मर्जी है, पर अग ने ते हथ साड़ना ही है। तुसीं कहो जी रब ने मेरा हथ साड़ दिता है, रब ने बड़ी सज़ा दी। तुसीं अग विच हथ पाया तां सड़े हो। तुसीं पैरां नाल चलना, जिधर मर्जी चलो, पर जिधर जाओगे जे खड्डे वल जाओगे तो डिगोगे। ना कहो कि रब ने लेख दिता है। रब कदी किसी दे अधिकारां नूं दबाउंदा नहीं है। रब कदी किसी नूं जबरदस्ती नहीं कहंदा कि मेरा नाम जपो। रब ने ते एडा वड्डा जगत बना के उत्थे ते अपना नाम लिखिया ही किते नहीं है। बंदा ते माड़ी जी कोई चीज़ बना ले, झट उत्थे अपना नाम लिख दिंदा है। कई पूरे परिवार दा ही लिख दिंदे ने। परमात्मा ने तो किते अपना नाम किसी दरखत ते नहीं लिखिया, किसी पहाड़ ते नहीं लिखिया, किसी समुंदर ते नहीं लिखिया। इन्ना कुछ बनाया है परमात्मा ने। जोर नहीं फरमावे, परमात्मा किसी ते जोर जुल्म नहीं करता, किसी नूं जबरदस्ती अपने नाल नहीं जोड़दा। काजी बोलिया बन नहीं आवे। ते भगत जी कहंदे काजी जी आ तुसीं गल्लां बातां ते बहुत करदे हो, केवल गल्लां बातां दे नाल गल थोड़ो बननी है। दरअसल असल कलमा की है, असल नमाज की है, असल बिस्त की है। कलमा है दूजियां दे नाल न्याय करना। इसे तरीके दे नाल मुसल्ला है अपने आप ते काबू पाउणा, अपने इंद्रियां ते काबू पाउणा। अपने इंद्रियां ते काबू का पे जदों समुची मानवता दे विचों परमात्मा नूं कोई बंदा देखे, यही बेहिस्त है। बेहिस्त दा सुख तां उदों मिल जाएगा। कोई भी रुतबा असीं लैने आ कि सानूं उत्थों कोई सुख मिलेगा। जे बिस्तां दी गल कही जाती है तो एक लालसा हुंदी कि उत्थे सानूं ऐ सुख मिलेगा, आ साडीआं चिंतावां मुक जाणगीआं। पर भगत जी कहते हैं कि जे वाहिगुरू दे प्रभु दे प्यार जुड़ जाइए तो इत्थे बिस्त है, इत्थे चिंतावां मुक जांदियां ने। मरण तो बाद बिस्त दी आस की रखनी है जे इत्थे मिल जाए तां। भगत जी ने अपनी पवित्र बाणी दे अंदर बिस्त नूं, स्वर्ग नरक नूं जोरदार शब्दां विच खंडन कर दिता। भगत जी दे एक बचन ने कि जिहड़े रब दे प्यारे ने उन्होंने दोवें ही स्वर्ग ते नरक नूं रद्द कर दिता। कवन सुरख्या नरक विचारा संतन दो रादे, हम काहू की कान न कड़ते अपने गुर प्रसादे। ये विचारा स्वर्ग है की चीज है? जिस स्वर्ग दे तुसी लालच दे रहे हो, जिस नरक तो तुसी डरा रहे हो, ये है की चीज ने? कवन सुरख्या नरक विचारा, ये विचारे जे मामूली जियां चीज़ां है की चीज ने? कबीर सुरग नरक ते मैं रहो, सतगुर के प्रसाद चरण कमल की मौज में रहूं अंत अर आद। भगत जी कहते मैं तां गुरु की कृपा सदका है सुरग की गुलामी नरक के डर तो मुक्त हो गया। ये स्वर्ग मैनू हुण भरमा नहीं सकता, ये नरक मैनू डरा नहीं सकता। मैं तो वाहिगुरू जी के चरण कमलों की मौज में सदा आनंद मान रहा हाँ, हुण आनंद मान रहे हैं। और वाहिगुरू जी के चरण कमलों जो सुख मिलता है वो बराबर कोई स्वर्ग की करोड़ों स्वर्ग नहीं पहुंच सकते। रब दे प्यारे ज्ञानवान जिहड़े ने उन्होंने मुक्त बपड़ी पी ज्ञानी त्यागे। अविचारी मुक्ति जिहड़ी लई फिरदे जी मुक्ति मिल जाएगी ऐ थां ते चल जाओ इत्थे ना लो मुक्ति। मुक्त बपड़ी पी ज्ञानी त्यागे, बपड़ी मैना विचारी। ऐ मुक्ति है की चीज? वो त्याग दी उन्होंने। और इत्थे बस नहीं है,
ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਰੱਬ ਦੇ ਪਿਆਰੇ ਕਹਿੰਦੇ ਕਿ ਵਾਹਿਗੁਰੂ ਜੀ ਤੁਹਾਡੇ ਚਰਨਾਂ ਦਾ ਪਿਆਰ ਹੀ ਚਾਹੀਦਾ ਹੈ, ਸਾਨੂੰ ਕਿਸੇ ਮੁਕਤੀ ਦੀ ਲੋੜ ਨਹੀਂ ਹੈ, ਸਾਨੂੰ ਕਿਸੇ ਰਾਜ ਦੀ ਲੋੜ ਨਹੀਂ ਹੈ, ਕਿਸੇ ਸਵਰਗ ਦੀ ਲੋੜ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਲਾਲਚ ਦਿੱਤਾ, ਭਰਮਾਇਆ ਕਿ ਜੇ ਮੁਸਲਮਾਨ ਬਣ ਜਾਏਗਾ ਤੇ ਮੁਸਲਮਾਨ ਮਤ ਦੇ ਰਾਹੀਂ ਤੂੰ ਅੱਲਾ ਦੀ ਦਰਗਾਹ 'ਚ ਜਾਏਗਾ, ਉੱਥੇ ਐਨੇ ਪੈਗੰਬਰ ਨੇ, ਉੱਥੇ ਐਨੇ ਉਹਦੇ ਸੇਵਾਦਾਰ ਨੇ, ਐਨੇ ਉੱਥੇ ਦੇਵਤੇ ਸੇਵਾ ਕਰਦੇ ਨੇ, ਇੱਦਾਂ ਦਾ ਰੱਬ ਦਾ ਦਰਬਾਰ ਹੈ, ਉਸ ਰੱਬ ਦੇ ਦਰਬਾਰ 'ਚੋਂ ਤੈਨੂੰ ਬਿਸ਼ਤ ਮਿਲੇਗੀ। ਬਾਬਾ ਕਬੀਰ ਸਾਹਿਬ ਜੀ ਉਸ ਵਿਅਕਤੀ ਦਾ ਜਵਾਬ ਦੇ ਰਹੇ ਨੇ, ਤੇ ਜੋ ਉਹਨਾਂ ਦੀ ਮਨੋ ਅਵਸਥਾ ਹੈ, ਜੋ ਉਹਨਾਂ ਦੀ ਜ਼ਿੰਦਗੀ ਦਾ ਆਪਣਾ ਮਨੋਰਥ ਹੈ, ਉਹਨੂੰ ਵੀ ਦਰਸਾ ਕੇ ਸਾਨੂੰ ਬੜਾ ਭਰਪੂਰ ਗਿਆਨ ਬਖਸ਼ ਰਹੇ ਨੇ। ਆਓ ਆਪਾਂ ਮਿਲ ਕੇ ਭਗਤ ਜੀ ਦੇ ਇਹ ਪਵਿੱਤਰ ਅਮੋਲ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਜੁੜਦਿਆਂ ਮੁਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। 70 ਸਹਿ ਸਲਾਰ ਹੈ ਜਾ ਕੈ। ਧਰਮਨੀ ਦੁਨੀਆ 'ਚ ਹਰ ਮਤ ਦੇ ਲੋਕ ਬਹੁਤ ਪਰਮਾਤਮਾ ਦੇ ਬਾਰੇ ਕਥਾ ਕਹਾਣੀਆਂ ਸੁਣਾਉਂਦੇ ਨੇ, ਹਰ ਮਤ ਦੇ ਵਿੱਚ ਨੇ। ਗੁਰਬਾਣੀ ਨੇ ਉਸ ਪਰਮਾਤਮਾ ਦੀ ਗੱਲ ਬੜੇ ਸਪਸ਼ਟ ਸ਼ਬਦਾਂ 'ਚ ਕਹੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਦੁਨੀਆ ਹੀ ਰੱਬ ਦਾ ਘਰ ਹੈ। ਰੱਬ ਦਾ ਘਰ ਕੋਈ ਦੁਨੀਆ ਤੋਂ ਵੱਖਰਾ ਨਹੀਂ ਹੈ। ਕਿਸੇ ਨੇ ਕਿਹਾ ਉਹ 7ਵੇਂ ਆਕਾਸ਼ ਵਿੱਚ ਹੈ, ਕਿਸੇ ਨੇ ਕਿਹਾ ਉਹ ਦੱਖਣ ਵਿੱਚ ਹੈ, ਕਿਸੇ ਨੇ ਕਿਹਾ ਉਹ ਪੱਛਮ ਵਿੱਚ ਹੈ, ਕਿਸੇ ਨੇ ਕਿਹਾ ਉਹ ਪੂਰਬ ਵਿੱਚ ਹੈ। ਪਰ ਗੁਰਬਾਣੀ ਕਹਿੰਦੀ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਹਰ ਹਿਰਦੇ 'ਚ ਰੱਬ ਵਸਦਾ ਹੈ। ਉਹਦਾ ਰੱਬ ਦਾ ਘਰ ਹਰ ਹਿਰਦਾ ਹੀ ਹੈ। ਹਰ ਹਿਰਦੇ 'ਚ ਪ੍ਰਮਾਤਮਾ ਬੈਠਾ ਹੋਇਆ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਸਭਨਾ ਮਨ ਮਾਨਕ ਠਾਹਣ ਮੂਲ ਮਚੰਗ ਵਾਹ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨ ਠਾਹੇ ਕਹੀਂ ਦਾ। ਹਰ ਮਨੁੱਖ ਦਾ ਹਿਰਦਾ ਬੜਾ ਅਮੋਲ ਹੈ, ਉੱਥੇ ਰੱਬ ਬੈਠਾ ਹੋਇਆ। ਜੇ ਤੈਨੂੰ ਰੱਬ ਨੂੰ ਮਿਲਣ ਦੀ ਕੋਈ ਖਿੱਚ ਹੈ, ਭੁੱਖ ਹੈ, ਤੂੰ ਮੁਤਲਾਸੀ ਹੈ, ਹਿਆਉ ਨ ਠਾਹੇ ਕਹੀਂ ਦਾ। ਕਦੀ ਕਿਸੇ ਦਾ ਦਿਲ ਨਾ ਦਿਖਾਈ, ਹਰ ਮਨੁੱਖ ਦੇ ਅੰਦਰ ਰੱਬ ਬੈਠਾ ਹੋਇਆ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੀ। ਜਦੋਂ ਉਹਦੇ ਤੋਂ ਬਿਨਾਂ ਕੋਈ ਹਿਰਦਾ ਹੈ ਹੀ ਨਹੀਂ ਤੇ ਕਿਹਨੂੰ ਆਪਾਂ ਮਾੜਾ ਕਹੀਏ, ਕਿਹਨੂੰ ਆਪਾਂ ਬੁਰਾ ਕਹੀਏ। ਬਾਬਾ ਕਬੀਰ ਸਾਹਿਬ ਜੀ ਉਸ ਵਿਅਕਤੀ ਨੂੰ ਜਵਾਬ ਦਿੰਦਿਆਂ ਕਹਿੰਦੇ ਕਿ ਤੂੰ ਕਹਿੰਦਾ ਹੈ ਕਿ 70 ਸਹਿ ਸਲਾਰ ਹੈ ਜਾ ਕੇ, ਕਿ ਉਹ ਜਿਹੜਾ ਅੱਲਾਹ ਤਾਲਾ ਹੈ ਨਾ, ਖੁਦਾਵੰਦ ਕਰੀਮ, ਉੱਥੇ 70 ਸਹਿ ਦਾ ਅਰਥ ਹੈ ਕਿ 700 7,000 ਜਿਹਦੇ ਸਰਦਾਰ ਨੇ ਉੱਥੇ ਖਾਸ, ਉਹਦੇ ਸੇਵਾਦਾਰ, ਜਿਹਨੂੰ ਆਪਾਂ ਫਰਿਸ਼ਤੇ ਕਹਿ ਲਈਏ। 7,000 ਫਰਿਸ਼ਤੇ ਕਹਿੰਦੇ ਨੇ ਕਿ ਰੱਬ ਦੇ ਦਰ ਤੇ ਰਹਿੰਦੇ ਨੇ। ਇਹ ਗਿਣਤੀਆਂ ਮਿਣਤੀਆਂ ਕੀਤੀਆਂ ਧਾਰਮਿਕ ਲੋਕਾਂ ਨੇ, ਜਿੱਦਾਂ ਇੱਕ ਗਿਣਤੀ ਕਰ ਲਈ 84 ਜੂਨਾਂ ਦੀ। ਜੇ 84 ਗਿਣਤੀ ਕਰ ਲਈ ਇਹਦਾ ਮਤਲਬ ਅਸੀਂ ਅੰਤ ਲੈ ਲਿਆ ਕੋਈ। ਰੱਬ ਦੀ ਰਚਨਾ ਤੇ ਬੇਅੰਤ ਹੈ, ਅਨੰਤ ਹੈ। ਇਹ ਤੇ ਜਿੱਥੇ ਕੋਈ ਜਾ ਕੇ ਬੰਦੇ ਦੀ ਗਿਣਤੀ ਮੁੱਕ ਗਈ, ਸੁਰਤ ਰੁਕ ਗਈ, ਉੱਥੇ कहता ਜੀ 84 ਲੱਖ ਜੂਨਾਂ ਨੇ। ਜੂਨਾਂ ਬੇਅੰਤ ਨੇ। ਕਿਸੇ ਨੇ कहता 4 ਹੀ ਖਾਣੀਆਂ ਨੇ, ਪਰ ਗੁਰਬਾਣੀ ਕਹਿੰਦੀ ਕੇਤੀ ਆ ਖਾਣੀ, ਕੇਤੀ ਆ ਬਾਣੀ, ਕਿਤੇ ਪਾਤ ਨੇ। ਕਿੰਨੀਆਂ ਖਾਣੀਆਂ ਪਤਾ ਹੀ ਕੋਈ ਨਹੀਂ, ਕਿੰਨੀਆਂ ਜੂਨਾਂ ਨੇ ਪਤਾ ਹੀ ਕੋਈ ਨਹੀਂ। ਰੱਬ ਦੀ ਰਚਨਾ ਬੇਅੰਤ ਹੈ, ਰੱਬ ਬੇਅੰਤ ਹੈ, ਰੱਬ ਦੀ ਰਚਨਾ ਬੇਅੰਤ ਹੈ। ਉਹ ਕਿੱਦਾਂ ਦੀ ਹੈ, ਆਪਾਂ ਇਸ ਗਿਣਤੀਆਂ ਦੇ ਚੱਕਰ 'ਚ ਨਹੀਂ ਪੈਣਾ। ਸਿਆਣੇ ਕਹਿੰਦੇ ਅੰਬ ਖਾਣੇ ਨੇ ਕਿ ਗਿਣਨੇ ਨੇ। ਅਸੀਂ ਤੇ ਰੱਬ ਦਾ ਆਨੰਦ ਮੰਨਣਾ। ਅਸੀਂ ਰੱਬ ਦੀਆਂ ਗਿਣਤੀਆਂ 'ਚ ਪੈ ਕੇ ਆਪਣੀ ਜ਼ਿੰਦਗੀ ਦੇ ਟਾਈਮ ਨੂੰ ਅਕਾਰਥ ਨਹੀਂ ਗਵਾਉਣਾ, ਕਿਉਂਕਿ ਅੱਜ ਤੱਕ ਉਹਦਾ ਕੋਈ ਅੰਤ ਪਾ ਨਹੀਂ ਸਕਿਆ। ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕੋਈ ਅੱਜ ਤੱਕ ਰੱਬ ਦੀ ਤਿਲ ਜਿੰਨੀ ਵਡਿਆਈ ਪੂਰਨ ਤੌਰ ਤੇ ਦੱਸ ਨਹੀਂ ਸਕਿਆ। ਰੱਬ ਦੀ ਰਚਨਾ ਦਾ ਤਿਲ ਜਿੰਨਾ ਕੋਈ ਭੇਦ ਨਹੀਂ ਪਾ ਸਕਿਆ। ਇਸ ਕਰਕੇ ਅਸੀਂ ਇਹਨਾਂ ਗਿਣਤੀਆਂ 'ਚ ਪੈ ਕੇ ਕੀ ਲੈਣਾ। ਤੂੰ ਕਹਿੰਦਾ ਭਾਈ ਕਿ 70 ਸਹਿ ਸਲਾਰ ਹੈ ਜਾ ਕੇ, ਕਿ ਰੱਬ ਦੇ ਦਰ ਤੇ 7,000 ਫਰਿਸ਼ਤੇ ਹਰ ਵੇਲੇ ਰਹਿੰਦੇ ਨੇ ਰੱਬ ਦੇ ਦਰ ਤੇ। ਇਹ ਸਾਰੀਆਂ ਗੱਲਾਂ ਜਿਹੜੀਆਂ ਇਸਲਾਮ ਮਤ ਦੀਆਂ ਭਗਤ ਜੀ ਕਰ ਰਹੇ ਨੇ, ਜਿਵੇਂ ਉਹਨਾਂ ਨੇ ਦੱਸਿਆ ਕਿ ਬਿਸ਼ਤਾਂ 'ਚ ਇਹ ਕੁਝ ਹੈ, ਰੱਬ ਦੇ ਦਰ ਤੇ ਇਹ ਕੁਝ ਹੈ। 1.25 ਲੱਖ ਪੈਗੰਬਰ ਤੱਕ ਹੈ। ਤੂੰ ਭਾਈ ਇਹ ਵੀ ਕਹਿਣਾ ਕਿ ਰੱਬ ਦੇ ਕੋਲ 1.25 ਲੱਖ ਪੈਗੰਬਰ ਨੇ। 1.25 ਲੱਖ ਪੈਗੰਬਰ ਰੱਬ ਦਾ ਸੁਨੇਹਾ ਦੇਣ ਵਾਲੇ ਨੇ। ਸ਼ੇਖ ਜੋ ਕਹੀਏ ਕੋਟ 88। ਤੂੰ ਇਹ ਵੀ ਕਹਿਣਾ ਰੱਬ ਦੇ ਦਰ ਤੇ ਬੜੇ ਬੜੇ ਸਿਆਣੇ ਆਲਮ ਫਾਜ਼ਲ 88 ਕਰੋੜ ਜਿਹੜੇ ਸ਼ੇਖ ਬੈਠੇ ਨੇ,
ਬੋਲੀ ਹੈ ਨਾ, ਉਹ ਇਸਲਾਮ ਦੀ ਬੋਲੀ। ਸਾਰੀਆਂ ਗੱਲਾਂ ਭਗਤ ਜੀ ਨੇ ਕੀਤੀਆਂ। ਜਿਵੇਂ ਉਹ ਕਹਿੰਦਾ ਸੀ, ਲਾਲਚ ਦੇ ਰਿਹਾ ਸੀ ਕਿ 88 ਕਰੋੜ ਜਿਹੜੇ ਸ਼ੇਖ ਆਲਮ ਫਾਜ਼ਲ ਬੜੇ ਬੜੇ ਸਿਆਣੇ ਜਿਹੜੇ ਨੇ ਰੱਬ ਦੇ ਦਰ ਤੇ ਬੈਠੇ ਨੇ। ਛਪਨ ਕੋਟ ਜਾ ਕੇ ਖੇਲ ਖਾਸੀ। ਖੇਲ ਖਾਸੀ ਦਾ ਅਰਥ ਹੁੰਦਾ ਖਾਸ ਮੁਸਾਹਿਬ ਜਿਹੜੇ ਹੁੰਦੇ ਨੇ, ਖਾਸ ਸੇਵਾਦਾਰ। 56 ਕਰੋੜ ਤੂੰ ਕਹਿਣਾ ਕਿ ਰੱਬ ਦੇ ਦਰ ਤੇ ਖਾਸ ਸੇਵਾਦਾਰ ਹਰ ਵੇਲੇ ਰਹਿੰਦੇ ਨੇ। ਦੇਖੋ, ਆਮ ਲੋਕਾਂ ਨੂੰ ਭਰਮਾਉਣ ਲਈ ਬੜੀਆਂ ਇਹ ਗਿਣਤੀਆਂ ਮਿਣਤੀਆਂ ਕਰਕੇ ਭੋਲੇ ਲੋਕ ਜਿਹੜੇ ਨੇ ਵਰਗਲਾਏ ਜਾਂਦੇ ਨੇ। ਪਿੰਡਾਂ 'ਚ ਅੱਜ ਵੀ ਆਪਾਂ ਦੇਖਦੇ ਈਸਾਈ ਮੱਤ ਵਾਲੇ ਉਹ ਇਹੋ ਜਿਹੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਆਪਣੇ ਮਗਰ ਲਗਾਈ ਜਾਂਦੇ ਨੇ। ਗੁਰਬਾਣੀ ਨੇ ਇੱਕ ਬਚਨ ਕਿਹਾ, ਨਾਨਕ ਮੂਸੇ ਗਿਆਨ ਵੀ ਹੋਣੀ ਖਾਏ ਗਿਆ ਜਮ ਕਾਲ। ਗਿਆਨ ਤੋਂ ਵੀ ਹੋਣੀ ਲੁਕਾਈ ਜਿਹੜੀ ਹੈ ਇਹੋ ਜਿਹੇ ਅਖੌਤੀ ਧਾਰਮਿਕ ਠੱਗਾਂ ਦੇ ਹੱਥੋਂ ਲੁੱਟੀ ਚਲੀ ਜਾ ਰਹੀ ਹੈ। ਜ਼ਿੰਦਗੀ ਦਾ ਗਿਆਨ ਕੋਈ ਨਹੀਂ ਦਿੰਦਾ। ਕਿਸੇ ਮਜਬੂਰ ਵਿਅਕਤੀ ਨੂੰ ਉਹ ਭਰਮਾਉਂਦਾ ਲਾਲਚ ਦੇ ਦੇ ਕੇ। ਕੁਝ ਇੱਥੇ ਲਾਲਚ ਦੇਤਾ ਥੋੜਾ ਜਿਹਾ, ਉਹ ਝਟ ਕਾਬੂ ਆ ਗਿਆ, ਤੇ ਫਿਰ ਉਹਨੂੰ ਕਹਿਣਾ ਕਿ ਤੂੰ ਸਾਡੇ ਮੱਤ 'ਚ ਆ ਜਾਏਗਾ ਤੇ ਮਰਨ ਤੋਂ ਬਾਅਦ ਇਹ ਕੁਝ ਮਿਲੇਗਾ, ਤੈਨੂੰ ਬਿਸਤਾਂ ਮਿਲਣਗੀਆਂ, ਤੈਨੂੰ ਸਵਰਗ ਮਿਲੇਗਾ, ਤੈਨੂੰ ਹੂਰਾਂ ਪਰੀਆਂ ਮਿਲਣਗੀਆਂ, ਪੀਣ ਲਈ ਸ਼ਰਾਬਾਂ ਮਿਲਣਗੀਆਂ। ਪਤਾ ਨਹੀਂ ਉਹ ਬਿਸਤਾ ਕਿ ਦੋਜ਼ਖ ਹੈ ਜਿੱਥੇ ਸ਼ਰਾਬਾਂ ਮਿਲਣਗੀਆਂ। ਜਿੱਥੇ ਇਹੋ ਜਿਹਾ ਲਾਲਚ ਦਿੱਤਾ ਜਾਂਦਾ ਹੈ ਵਾਸ਼ਨਾਵਾਂ ਨੂੰ ਭੜਕਾਉਣ ਵਾਲਾ, ਉਹਨੂੰ ਪਤਾ ਨਹੀਂ ਕਿਹੋ ਜਿਹੇ ਬਿਸਤ ਕਿਹਾ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਤੂੰ ਕਹਿੰਦਾ ਕਿ ਛਪਨ ਕੋਟ ਜਾ ਕੇ ਖੇਲ ਖਾਸੀ, ਕਿ 56 ਕਰੋੜ ਉਹਦੇ ਦਰ ਤੇ ਖਾਸ ਉਹਦੇ ਮੁਸਾਹਿਬ ਨੇ, ਖਾਸ ਉਹਦੇ ਸੇਵਾਦਾਰ ਨੇ। ਔਰ ਮੋਹ ਗਰੀਬ ਕੀ ਕੋ ਗੁਜਰਾਵ ਹੈ। ਭਗਤ ਜੀ ਕਹਿੰਦੇ, ਜਿੱਥੇ 7000 ਫਰਿਸ਼ਤੇ ਨੇ, ਜਿੱਥੇ 1.25 ਲੱਖ ਪੈਗੰਬਰ ਨੇ, ਜਿੱਥੇ 88 ਕਰੋੜ ਖਾਸ ਆਲਮ ਫਾਜ਼ਲ ਲੋਕ ਬੈਠੇ ਨੇ, ਜਿੱਥੇ 56 ਕਰੋੜ ਖਾਸ ਉਹਨਾਂ ਦੇ ਮੁਸਾਹਿਬ ਸੇਵਾਦਾਰ ਨੇ, ਮੇਰੇ ਗਰੀਬ ਦੀ ਉੱਥੇ ਕੀ ਜਾ ਕੇ ਵੱਟੀ ਜਾਣੀ ਹੈ? ਤੂੰ ਮੈਨੂੰ ਕਹਿੰਦਾ ਮੁਸਲਮਾਨ ਬਣ ਜਾ, ਮੇਰੀ ਉੱਥੇ ਕੀ ਵੱਟੀ ਜਾਣੀ ਹੈ ਇੰਨੀ ਭੀੜ ਦੇ ਅੰਦਰ? ਏਡੀ ਵੱਡੀ ਤੂੰ ਗਿਣਤੀ ਦੱਸ ਦਿੱਤੀ। ਨਾਲੇ ਤੂੰ ਕਹਿੰਦਾ ਕਿ ਉਹ 7ਵੇਂ ਆਕਾਸ਼ ਵਿੱਚ ਹੈ ਪਰਮਾਤਮਾ। ਮੈਂ ਗਰੀਬ ਜਿਹਾ ਬੰਦਾ, ਜੁਲਾਹਿਆਂ ਦਾ ਕੰਮ ਕਰਨ ਵਾਲਾ, ਹਮ ਗਰੀਬ ਮਸਕੀਨ ਖੁਦਾਈ ਬੰਦੇ, ਗਰੀਬ ਮਸਕੀਨ ਖੁਦਾਈ ਬੰਦੇ। ਅਸੀਂ ਤਾਂ ਗਰੀਬ ਜਿਹੇ ਬੰਦੇ ਹਾਂ। ਭਗਤ ਜੀ ਨੇ ਉਹਦਾ ਜਵਾਬ ਦਿੱਤਾ ਕਿ ਜਿੱਡਾ ਵੱਡਾ ਤੂੰ ਰੱਬ ਦਾ ਦਰਬਾਰ ਜਿੰਨੀ ਦੂਰ ਦੱਸ ਰਿਹਾ ਹੈ, ਜਿੰਨੀ ਵੱਡੀ ਤੂੰ ਗਿਣਤੀ ਮਿਣਤੀ ਦੱਸੀ ਹੈ, ਮੈਨੂੰ ਗਰੀਬ ਨੂੰ ਕਿਹਨੇ ਪੁੱਛਣਾ? ਉੱਥੇ ਗਰੀਬ ਬੰਦੇ ਨੂੰ ਤਾਂ ਦੁਨਿਆਵੀ ਜਿਹੜੇ ਚੌਧਰੀ ਇਹ ਨਹੀਂ ਪੁੱਛਦੇ। ਇੱਥੇ ਦਫ਼ਤਰਾਂ ਦੇ ਅੰਦਰ ਪੁੱਛ ਗਿੱਛ ਨਹੀਂ, ਭੀੜ ਚ ਅੰਦਰ ਰੁੱਲ ਜਾਂਦਾ ਹੈ ਗਰੀਬ ਬੰਦਾ, ਆਪਾਂ ਦੇਖਦੇ। ਤੇ ਭਗਤ ਜੀ ਕਹਿੰਦੇ, ਮੈਨੂੰ ਉੱਥੇ ਕਿਹਨੇ ਪੁੱਛਣਾ ਇੰਨੇ ਭੀੜ ਭੜੱਕੇ ਦੇ ਅੰਦਰ, ਇੰਨੀ ਰੌਣਕ ਦੇ ਅੰਦਰ, ਜਿੱਥੇ ਵੱਡੇ ਵੱਡੇ ਮਸਾਹਿਬ, ਵੱਡੇ ਵੱਡੇ ਆਲਮ ਫਾਜ਼ਲ, ਜਿੱਥੇ ਪੈਗੰਬਰ ਬੈਠੇ ਨੇ। ਭਾਈ ਮੋਹ ਗਰੀਬ ਕੀ ਕੋ ਗੁਜ਼ਰਾਵੇ, ਮੇਰੇ ਗਰੀਬ ਨਾਲ ਉੱਥੇ ਕੀ ਗੁਜ਼ਰੇਗਾ? ਮੈਂ ਉੱਥੇ ਮੇਰੀ ਕੀ ਵੱਟੀ ਜਾਏਗੀ? ਮਜਲਸ ਦੂਰ ਮਹਿਲ ਕੋ ਪਾਵੇ। ਤੂੰ ਕਹਿੰਦਾ ਕਿ ਰੱਬ 7ਵੇਂ ਆਕਾਸ਼ ਤੇ ਹੈ, ਉਹਦੀ ਮਜਲਸ ਬੜੀ ਦੂਰ ਹੈ, ਉਹਦਾ ਘਰ ਬੜੀ ਦੂਰ ਹੈ। ਧਾਰਮਿਕ ਲੋਕਾਂ ਨੇ ਮਨੁੱਖ ਨੂੰ ਰੱਬ ਤੋਂ ਬੜਾ ਦੂਰ ਦੱਸਿਆ, ਰੱਬ ਬੜੀ ਦੂਰ ਹੈ। ਕਿਸੇ ਨੇ 7ਵੇਂ ਆਕਾਸ਼ ਕਹਿਤਾ, ਕੋਈ ਕਹਿੰਦਾ ਜੀ ਉਹ ਉੱਪਰ ਬੈਠਾ ਹੈ, ਰੱਬ ਦਾ ਘਰ ਉੱਪਰ ਹੈ। ਅਸੀਂ ਵੀ ਕਈ ਵਾਰੀ ਕਹਿੰਦੇ ਰੱਬ ਉੱਪਰ ਹੈ, ਅਸੀਂ ਕਿਉਂਕਿ ਗੁਰਬਾਣੀ ਨੂੰ ਮੱਥਾ ਹੀ ਟੇਕਦੇ, ਸਮਝਦੇ ਨਹੀਂ ਗੁਰਬਾਣੀ ਨੂੰ। ਜੇ ਅਸੀਂ ਗੁਰਬਾਣੀ ਨੂੰ ਸਮਝੀਏ, ਅਸੀਂ ਕਦੀ ਨਾ ਕਹੀਏ ਕਿ ਰੱਬ ਉੱਪਰ ਬੈਠਾ, ਅਸੀਂ ਕਿ ਤੇਰੇ ਅੰਦਰ ਰੱਬ ਬੈਠਾ, ਧਿਆਨ ਮਾਰ। ਘਟ ਸਭ ਮੈਂ ਜੋਤ ਜੋਤ ਹੈ ਸੋਏ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ ਸਗਲ। ਜਿਵੇਂ ਬਨਸਪਤੀ ਵਿੱਚ ਅੱਗ ਹੁੰਦੀ ਹੈ, ਜਿਵੇਂ ਦੁੱਧ ਵਿੱਚ ਘਿਓ ਹੁੰਦਾ, ਤਿਵੇਂ ਘਟ ਘਟ ਮਾਧੋ ਜੀ ਆ। ਹਰ ਮਨੁੱਖ ਦੇ ਅੰਦਰ ਪਰਮਾਤਮਾ ਬੈਠਾ ਹੋਇਆ ਹੈ, ਹਰ ਮਨੁੱਖ ਦੇ ਅੰਦਰ ਰੱਬੀ ਜੋਤ ਪ੍ਰਕਾਸ਼ਮਾਨ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਤੁਸੀਂ ਕਹਿੰਦੇ ਹੋ ਕਿ ਰੱਬ ਦੀ ਮਜਲਿਸ, ਰੱਬ ਦੀ ਮਹਿਲ, ਜਾਂ ਜਿਹੜੀ ਮਹਿਫਲ ਹੈ, ਰੱਬ ਦਾ ਦਰਬਾਰ ਮਹਲ, ਉਹ ਬੜੀ ਦੂਰ ਹੈ, 7ਵੇਂ ਆਕਾਸ਼ ਤੇ ਹੈ। ਤੇ ਮੈਂ ਗਰੀਬ ਉੱਥੇ ਕਿਵੇਂ ਜਾਵਾਂਗਾ? ਮੇਰੀ ਉੱਥੇ ਕੀ ਭਾਈ ਵਕਤ ਹੋਣੀ ਹੈ? ਮੈਨੂੰ ਕਿਹਨੂੰ ਉੱਥੇ ਪੁੱਛਣਾ ਗਿੱਛਣਾ ਹੈ? ਭਗਤ ਜੀ ਉਹਦੀਆਂ ਗੱਲਾਂ ਦਾ ਜਵਾਬ ਦਿੰਦੇ ਕਹਿੰਦੇ ਨੇ, ਰਹਾਓ 33 ਕਰੋੜੀ ਹੈ ਖੇਲ ਖਾਨਾ। ਤੂੰ ਗੱਲ ਇਹ ਵੀ ਕਹਿਣਾ ਕਿ ਜਿਹੜੇ ਹਿੰਦੂਆਂ ਦੇ 33 ਕਰੋੜ ਦੇਵਤੇ ਨੇ, ਇਹ ਵੀ ਉੱਥੇ ਰੱਬ ਦੀ ਸੇਵਾ 'ਚ ਹੀ ਲੱਗੇ ਹੋਏ ਨੇ। 33 ਕਰੋੜ ਦੇਵਤੇ ਵੀ ਜਿਹੜੇ ਨੇ, ਇਹ ਖਾਸ ਰੱਬ ਦੀ ਸੇਵਾ 'ਚ ਲੱਗੇ, ਉਹਦੇ ਹੁਕਮ ਦੇ ਵਿੱਚ ਨੇ। 84 ਲੱਖ ਫਿਰੇ ਦੀਵਾਨ। ਤੂੰ ਇਹ ਵੀ ਕਹਿਣਾ ਕਿ 84 ਲੱਖ ਜਿਹੜੇ ਜੀਵ ਨੇ ਰੱਬ ਨਾਲੋਂ ਟੁੱਟ ਕੇ ਐਵੇਂ ਕਮਲੇ ਹੋਏ ਫਿਰਦੇ ਨੇ, ਇੱਧਰ ਉੱਧਰ ਭਰਮ ਰਹੇ ਨੇ। ਬਾਬਾ ਆਦਮ ਕੋ ਕਿਛ ਨਦਰ ਦਿਖਾਈ,
एक कहानी धर्म की दुनिया च सुनाई जाती है कि रब ने आदम नूं ते हवा नूं स्वर्ग विच जदों रखिया ते उन्होंने एक गलती कर ली, कुछ वर्जित चीज़ नूं उन्होंने खा लिया ते होया कि रब ने उन्होंने धक्का दे दिता, धरती ते सुट दिता हवा नूं ते आदम नूं। इह धर्म की दुनिया च कहानी सुनाई जाती है। बाबा कबीर साहब जी कहते कि यह भी तू कहना कि बाबा आदम को किछ नदर दिखाई, कि बाबा आदम नूं ओदी गलती करके रब ने अपनी थोड़ी जी नज़र तिखी नज़र दिखाई ते उन्होंने उत्थों बाहर कढ़ दिता। ये भी तू कथा सुनाउंदा है। उन भी भिस्त कनेरी पाई ते उन्होंने भी भिस्त थोड़ी जी प्राप्त हुई, बिस्त स्वर्ग, जिन्हों स्वर्ग कहते ने हिंदुस्तानी भाषा के अंदर, उन्होंने भिस्त कहते ने इस्लामी भाषा के अंदर। उस बाबा आदम नूं भी कहते स्वर्ग चों कढ़ दिता गया, बिस्त विचों कढ़ दिता गया। थोड़ा चिर ही उन्होंने ये बिस्त प्राप्त हुई। हुण एडा वड्डा बाबा आदम जी उन्होंने धक्का मार दिता, बिस्त विचों धरती ते सुट दिता, मेरी उत्थे की वट्टी जानी है। भगत जी जिहड़ा उन्हां दे नाल इहो जिहे शब्द बाग जिहड़ा दिखा रहा है ना, ऐस जिंदगी तो बाद दे उन्होंने गलबात कर रहे ने। दिल खल हल जाके जर्द रूबानी, भगत जी कहते कि जिस मनुख दिल अंदर खलबली है, गड़बड़ है जिस मनुख के अंदर, जिहड़ा अंदरों ईमानदार नहीं है, जर्द रूबानी, रू मैना चेहरा, बानी मैना बनावट, जर्द जिन्हों आप कहने पीला। मनुख अंदरों बेईमान होवे ना, अंदरों ईमानदार ना होवे, अंदर उहदे झूठ होवे तो उहदे चेहरे का रंग कुछ होर हुंदा है। जो झूठ निकलण का डर होए, उहदा चेहरा ना आप कहने लै भी चेहरा पीड़ा पै गया उहदा। जो असीं सामने आए आ गल कीती तो उहदा चेहरा पीड़ा पै गया। बाबा कबीर साहब जी कहते जिस मनुख दे मन अंदर गड़बड़ है, जिहड़ा अंदरों ईमानदार नहीं है, जिहदे चेहरे दा जिहड़ी बनावट है वह जर्द है, पिलत्तण है, छोड़ कतेब करे सैतानी, जिहड़ा कतेबां दे मार्ग नूं छड्ड के, कतेब जिहड़े धर्म ग्रंथ ने इस्लामी शामी मतां दे, उन्हां दे उपदेश नूं छड्ड के करे सैतानी, सैतानी मार्ग ते चलदा है। देखो हर धर्म दे ग्रंथ जिहड़े सत्कारयोग ने, वो कोई जिंदगी का ज्ञान दिंदे ने, वो जिंदगी अंदर जीवन का कोई ढंग तरीका दसते ने। मनुख धर्म ग्रंथां नूं पढ़दा भी है, धर्म ग्रंथां नूं पूजदा भी है, पर धर्म ग्रंथां दी मनदा नहीं है। वो फिर कहानियां आप घड़ियां हुई ने। असीं गुरु ग्रंथ साहिब जी महाराज नूं अपना गुरु मनते हैं, मत्था टेकते हैं, घर च भी गुरु साहब जी के चरण बड़े अदब सत्कार सहित पाउने आ, ये बड़ी वधिया गल है। पर जदों कहानियां चलदियां ने वो इधर उधर दियां। एक बन्ने गुरु ग्रंथ साहब जी का प्रगास नवां घर वाहिगुरू ने दिता, गुरु ग्रंथ साहब जी के चरण पे ते गुरु ग्रंथ साहब जी ते सानू भरोसा ही ना बज्जा। असीं भी बाहर एक टुट्टा छित्र भी टंग दिंदे आ, एक काला जिहा भांडा भी लिया के टंग दिंदे आ। उत्थे फिर असीं कोई सियाणे जोतसी जातसी नूं लिया के भी पहलां कहने कि नक्शा किहो जिहा बनाईए, हाँ डायरैक्शन रुत अनुसार दिशा अनुसार चंगी होनी चाहिए है। पर असीं वस्तु शास्त्र वाले नूं कहने घर च सुख जिहा वसिया रहे, आ के कोई इहो जिहा तरीका सानूं तुसीं दस। सुख ते घर च साडे अपने जीवन के ढंग चों पैदा होने, पर जेकर कोई वधिया ड्राइंग बना देगा उहदे नाल कोई थोड़ा घर रुपइया ना भर जाएगा। हाँ वो तुहाडे कोल पैसे जरूर लै जाएगा, लेकिन यह है कि अपनी धर्म ग्रंथां नूं असीं मत्थे टेकदे हां, धर्म ग्रंथां नूं असीं पढ़दे हां, पर धर्म ग्रंथां दी गल अपने हिरदे च नहीं वसाउंदे। बाबा कबीर साहब जी कहते छोड़ कतेब करे शैतानी, जिहड़ा बंदा अंदरों गड़बड़ विच है, अंदरों बेईमान है, उस बंदे दे चेहरे की बनावट तो पता लग जाता है। वो बंदा कतेबां दे धर्म ग्रंथां दे मार्ग नूं उपदेश नूं छड्ड के शैतानां वाले काम करता है, गलत काम करता है जिंदगी दे अंदर। दुनिया दोष रोस है लोई, ते जदों जिंदगी च दुख आउंदा है ना ते दोष दूजिआं नूं दिंदा है। पहलां बाबा कबीर साहब जी ने उहदियां सुणाईयां गल्लां दी चर्चा की कि तू कहना 1.25 लाख पैगंबर है, तू कहना 7000 उत्थे उहदे खास फरिश्ते ने,
तू कहना कि एने उत्थे आलम फाजल बैठे ने, उत्थे 56 करोड़ जिहड़े ने खास उहदे मसाहिब ने, उत्थे 84 लाख जूनां दे लोग उहदे हुक्म च घुम रहे ने, तू बहुत कुछ सुनाया मैनू। ये भी दसिया कि बाबा आदम ने हुक्म अदूली की तो उन्होंने धक्का मार दिता का पिस्त उन्होंने बहुता चिर प्राप्त न होई, धरती ते भेज दिता गया। तो बाबा कबीर साहब जी कहते मेरी गरीब की उत्थे की वटक होनी है, तू मैनू काहनूं लालच दे रहे हैं। दरअसल भरिया गल यह है कि जिस मनुख दे दिल अंदर गड़बड़ है, जिस मनुख दे अंदरों बेईमान है, उहदे चेहरे की बनावट तो पता लग जाता है वो धर्म ग्रंथां दे उपदेश नूं छड्ड के वो शैतानी मार्ग ते तुर पैंदा है, जिंदगी दे अंदर गलत मार्ग कर्म करदा है। ते जदों उहनूं अपने कीते होए कंमां चों दुख मिलदे ने फिर वो दोष दूजिआं नूं दिंदा है, वो रब नूं इल्जाम लाउंदा है। दुनिया दोष रोस है लोई। बाबा कबीर साहब जी कहंदे दोष दुनिया नूं, रोस लोकां दे प्रति कढदा है। अपना किया पावे सोई, अपना कीता होया वो पाउंदा है बंदा। रब किसी नूं सजा नहीं दिंदा, रब किसी ते जुल्म नहीं करदा, ना करना चाहुंदा है। बंदे दे दिल विच ही गड़बड़ है। बंदा उदां बड़ियां कथा कहानियां रब दियां सुणदा ते सुणाउंदा है, पर रब ने जो जिंदगी दा मार्ग बनाया है उस नूं छड्ड के होर बने चलदा है, वो फिर अपने कीते कर्म पाउंदा है। बाबा कबीर साहब जी कहते तुम दाते हम सदा भिखारी, परमात्मा जी मेरे तो तुसी ही दाते हो, वाहिगुरु जी प्रभु जी तुसी ही मेरे दाते हो, ते मैं तुहाडे दर दा भिखारी हाँ। पहला बाबा कबीर साहब जी ने वो जिहड़ा बंदा उन्हां नूं प्रेरणा दे रहा सी इस्लाम मत दी, उहदे नाल चर्चा की, उन्होंने समझाया। तो हुण बाबा कबीर साहब जी अपना जो मन की ख्याल है जां मैं कह लो जो उन्हां दा सिद्धांत है जिंदगी का वो दस रहे ने। एक तो गल दस दी कि जिहड़ा बंदा भावें धर्म ग्रंथ पढ़े तो बाहरों भावें किसी भी मत का वो चिन्ह धारण कर ले, भेख धारण कर ले, पर जे उहदे दिल अंदर गड़बड़ है तो वह बंदा अपना कीता जरूर पाएगा। सतगुरु साहब जी ने मक्के दे हाजियां नूं ये गल कही सी, बाबा आखे हाजियां शुभ अमलां बाजों दोनों रोई। जे अमल ठीक नहीं है तो रोना पेगा, भावें वो मुसलमान बन जाए तो भावें हिंदू बन जाए। धर्म नाल जुड़न का अर्थ तां सी सच दे मार्ग ते चलना। हुण सच दे मार्ग ते चलन जां चलाउण दी गल तां कोई करदा नहीं है। हर कोई सोचदा कि साडे धर्म की गिणती वध जाए। धर्म धरती ते वो रहने जिहदे विच सच की गल होएगी। सच तो बिना कोई काम नहीं चल सकेगा। कूड़ निखुटे नानका ओढ़ सच रही। मिस्टर टाइनवे ने एक गल कही है कि आने वाले समय ज्यों ज्यों जागरूकता आएगी मनुखता के अंदर, लोगों ने वह धर्म अपनाने जिहदे अंदर कर्म कांड जां रीति रिवाज पखंड आदि बिल्कुल नहीं होएगा। तो उन्हें एक गल कही, वो धर्म है गुरु ग्रंथ साहब जी का। गुरु ग्रंथ साहब जी निरोल जिंदगी की गल करते हैं। असी जिंदगी अंदर सुख किवें मनना है, असी जिंदगी के अंदर अपने शरीरक जीवन नूं तंदुरुस्त किवें रखना, असी मानसिक तौर पर किवें तंदुरुस्त रहना, असी आर्थिक तौर पर किवें खुशहाल होना, असी राजनीतिक तौर पर एक वधिया राजनीति किवें कायम करनी, एक वधिया समाज किवें बनाना, धरती नूं किवें वधिया बनाउणा। ये गल्लां गुरु ग्रंथ साहब जी की पवित्र बाणी ने कहियां ने। होर धर्म ग्रंथ भी बहुत वधिया उपदेश दिंदे ने, पर मनुख धर्म ग्रंथां नूं पढ़दा ही है, पूजदा ही है, पर धर्म ग्रंथां की गल मनदा नहीं है। सतगुरु जी ने कहा सी पोथी प्राण कमाई है, पवट्टी इत तन पाई है, सच बूझण आण जलाई है, ये तेल दीवा इउं जलै, कर चानण साहिब तौ मिले। जे रब नूं मिलना ते ये पोथी प्राण कमाई है। धर्म ग्रंथां नूं पढ़ के ते उन्हां दे बचनां दी कमाई करो, उस मार्ग ते चलो। पवट्टी इत तन पाई है, ये शरीर नूं तुसीं दीवा बना लो ते इहदे विच भाव परमात्मा दा जिहड़ा डर है, प्यार है। पवट्टी इत तन पाई है, वो परमात्मा दे अदब नूं वट्टी समझ लो, वट्टी दी न्याई रख लो। सच बूझण आण जलाई है, फिर तुसीं गुरु पासों सच दा ज्ञान प्राप्त करो। सच बूझण दा अर्थ है कि सच नूं समझो, सच पुछो, तुसीं सच दा ज्ञान प्राप्त करो गुरु कोलों आके। ये जिहड़ा सच दा ज्ञान गुरु पासों असीं प्राप्त करना है, देखो हर मनुख दे अंदर सच है, हर मनुख दे अंदर जोत है, हर मनुख दे अंदर नाम है, हर मनुख दे अंदर सारे गुण हैं। जिवें लकड़ी दे अंदर अग हुंदी है,
ਅਸੀਂ ਥੋੜੀ ਜੀ ਅੱਗ ਲਗਾਉਂਦੇ, ਥੋੜੀ ਜੀ ਮਾਮੂਲੀ ਜੀ, ਉਹ ਥੋੜੀ ਜੀ ਅੱਗ ਦੇ ਨਾਲ ਲੱਕੜ ਦੇ ਵਿੱਚੋਂ ਸਾਰੀ ਅੱਗ ਬਾਹਰ ਆ ਜਾਂਦੀ, ਅੱਗ ਲੱਗ ਜਾਂਦੀ, ਭਾਂਬੜ ਮੱਚ ਜਾਂਦੇ ਨੇ। ਹਰ ਮਨੁੱਖ ਦੇ ਅੰਦਰ ਗਿਆਨ ਹੈ, ਪਰ ਸੱਚ ਬੂਝਣ ਆਣ ਜਲਾਈਏ। ਗੁਰੂ ਪਾਸੋਂ ਆ ਕੇ ਸੱਚ ਦੀ ਸੋਝੀ ਪ੍ਰਾਪਤ ਕਰੋ, ਤੁਹਾਡੇ ਅੰਦਰ ਉਹ ਸੱਚ ਦਾ ਇੱਕ ਦੀਵਾ ਜਗ ਜਾਏਗਾ, ਪ੍ਰਕਾਸ਼ ਹੋ ਜਾਏਗਾ। ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਆਪਣੇ ਅੰਦਰ ਇਹ ਇੱਕ ਦੀਵਾ ਗਿਆਨ ਦਾ ਬਾਲ ਲਓ, ਗਿਆਨ ਦਾ ਦੀਵਾ ਜਗਾ ਲਓ। ਫਿਰ ਕੀ ਹੋਏਗਾ? ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਮਿਲ ਪਏਗਾ। ਜਿਸ ਘਰ 'ਚ ਹਨੇਰਾ ਹੈ ਉੱਥੇ ਪਰਮਾਤਮਾ ਦਾ ਕੰਮ ਕੀ? ਜਿੱਥੇ ਹਨੇਰਾ ਹੈ, ਆਪਾਂ ਦੇਖਦੇ ਹਾਂ ਸਾਡੇ ਅੰਦਰ ਤਾਂ ਹਨੇਰਾ ਪਸਰਿਆ ਹੋਇਆ, ਸਾਨੂੰ ਅੰਦਰੋਂ ਪਰਮਾਤਮਾ ਦੇ ਦਰਸ਼ਨ ਹੀ ਨਹੀਂ ਹੁੰਦੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਧਰਮ ਗ੍ਰੰਥਾਂ ਨੂੰ ਛੱਡ ਕੇ ਜਦੋਂ ਸ਼ੈਤਾਨਾਂ ਵਾਲੇ ਕੰਮ ਬੰਦਾ ਕਰੇ, ਫਿਰ ਤਾਂ ਉਹਨੂੰ ਦੁਖੀ ਹੋਣਾ ਪੈਣਾ, ਉਹਨੂੰ ਆਪਣਾ ਕੀਤੇ ਹੋਏ ਕਰਮ ਭੋਗਣੇ ਪੈਣੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੁਮ ਦਾਤੇ ਹਮ ਸਦਾ ਭਿਖਾਰੀ। ਵਾਹਿਗੁਰੂ ਜੀ ਤੁਸੀਂ ਸਾਡੇ ਦਾਤੇ ਹੋ, ਅਸੀਂ ਤੁਹਾਡੇ ਦਰ ਦੇ ਭਿਖਾਰੀ ਹਾਂ, ਸੇਵਕ ਹਾਂ, ਮੰਗਤੇ ਹਾਂ। ਹਰ ਮਨੁੱਖ ਜਿਹੜਾ ਉਹ ਪਰਮਾਤਮਾ ਦੇ ਦਰ ਦਾ ਭਿਖਾਰੀ ਹੈ, ਭਾਵੇਂ ਕੋਈ ਵੀ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨ ਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰੀ ਦੁਨੀਆ ਦਾ ਦਾਤਾ ਇੱਕ ਪਰਮਾਤਮਾ ਹੈ, ਸਾਰੀ ਦੁਨੀਆ ਦਾ, ਭਾਵੇਂ ਉਹ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਵੀ ਕਿਸੇ ਮਤ ਦਾ ਹੈ, ਉਹਨੂੰ ਰਿਜ਼ਕ ਦੇਣ ਵਾਲਾ ਇੱਕ ਪਰਮਾਤਮਾ ਹੈ। ਦੇਖੋ, ਰਿਜ਼ਕ ਕਿਸੇ ਮਤ ਮਜ਼ਹਬ ਨੇ ਨਹੀਂ ਦੇਣਾ। ਜੇ ਮਜ਼ਹਬ ਦੇ ਨਾਂ ਤੇ ਰਿਜ਼ਕ ਮਿਲਦਾ ਹੋਏ ਤੇ ਫਿਰ ਤੇ ਰੱਬ ਦਾ ਆਪਣਾ ਮਜ਼ਹਬ ਕੀ ਹੋਇਆ, ਜਾਂ ਰੱਬ ਦਾ ਸਿਸਟਮ ਕੀ ਹੋਇਆ? ਫਿਰ ਤੇ ਖਾਸ ਮਜ਼ਹਬ ਵਾਲੇ ਲੋਕ ਮਾਰੀ ਜਾਣਗੇ। ਇਹ ਤੇ ਮਨੁੱਖ ਦੀ ਆਪਣੀ ਇੱਕ ਸੰਕੀਰਨ ਸੋਚ ਹੈ ਕਿ ਮੈਂ ਇਸ ਮਤ ਦਾ ਹਾਂ, ਮੇਰੇ ਕੋਲ ਤਾਕਤ ਆ ਜੇ, ਮੈਂ ਆਪਣੀ ਮਤ ਦੇ ਲੋਕਾਂ ਦੀ ਗੱਲ ਕਰਾਂਗਾ, ਦੂਜੇ ਮਤ ਦੇ ਲੋਕਾਂ ਨੂੰ ਦਬਾ ਦੇਵਾਂਗਾ, ਦੂਜੇ ਮਤ ਦੇ ਲੋਕਾਂ ਨੂੰ ਆਪਣੇ ਮਤ ਵਿੱਚ ਲਿਆਵਾਂਗਾ, ਉਹਨਾਂ ਤੇ ਜ਼ੋਰ ਜ਼ੁਲਮ ਕਰਾਂਗਾ। ਇਹ ਮੇਰੀ ਸੋਚ ਹੋ ਸਕਦੀ, ਇੱਕ ਦੁਨਿਆਵੀ ਮਨੁੱਖ ਦੀ ਸੰਕੀਰਨ ਸੋਚ ਹੋ ਸਕਦੀ ਹੈ। ਲੇਕਿਨ ਪਰਮਾਤਮਾ ਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਨੇ। ਪਰਮਾਤਮਾ ਦੀਆਂ ਨਜ਼ਰਾਂ ਜੋ ਕੁਝ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿੰਨੇ ਵਿਸ਼ਾਲ ਬਚਨ ਕਹੇ ਨੇ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਸਮੁੱਚੀ ਮਨੁੱਖ ਜਾਤੀ ਇੱਕ ਹੀ ਹੈ, ਔਰ ਸਮੁੱਚੀ ਮਨੁੱਖ ਜਾਤੀ ਨੂੰ ਸੁੱਖ ਦੁੱਖ ਇਸ ਕਰਕੇ ਨਹੀਂ ਮਿਲਣਾ ਕਿ ਕੋਈ ਮੁਸਲਮਾਨ ਹੈ ਜਾਂ ਕੋਈ ਹਿੰਦੂ ਹੈ ਜਾਂ ਕੋਈ ਸਿੱਖ, ਇਸ ਕਰਕੇ ਨਹੀਂ ਮਿਲਣਾ। ਉਹ ਸੁੱਖ ਦੁੱਖ ਇਸ ਕਰਕੇ ਮਿਲਣਾ ਹੈ ਕਿ ਉਹਦੀ ਜ਼ਿੰਦਗੀ ਦੇ ਕਰਮ ਕਿਹੋ ਜਿਹੇ ਨੇ। ਔਰ ਗੁਰਬਾਣੀ 'ਚ ਬਚਨ ਪੜੋ, ਵਾਰ-ਵਾਰ ਸਤਿਗੁਰੂ ਜੀ ਨੇ ਕਿਹਾ, ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਇਹ ਬਜਾਣੀ। ਜਿਵੇਂ ਕਿਰਸਾਨ ਧਰਤੀ ਦੇ ਅੰਦਰ ਬੀਜ ਬੀਜਦਾ ਹੈ ਨਾ, ਫਸਲ ਬੀਜਦਾ ਹੈ, ਇਵੇਂ ਜ਼ਿੰਦਗੀ ਅੰਦਰ ਕਿਸਾਨਾਂ ਵਾਂਗੂ ਆਪਣੀ ਜ਼ਿੰਦਗੀ 'ਚ ਈਮਾਨ ਪੈਦਾ ਕਰ, ਜ਼ਿੰਦਗੀ ਦੇ ਅੰਦਰ ਕੋਈ ਧਰਮ ਪੈਦਾ ਕਰ, ਇਮਾਨਦਾਰੀ ਪੈਦਾ ਕਰ। ਤੈਨੂੰ ਭਿਸ਼ਤ ਦੋਜਕ ਦਾ ਆਪੇ ਪਤਾ ਚੱਲ ਜਾਏਗਾ। ਜੇ ਜ਼ਿੰਦਗੀ ਦੇ ਅੰਦਰ ਬੇਈਮਾਨ ਆ, ਮੈਂ ਝੂਠ ਬੋਲਦਾ ਹਾਂ, ਜਾਂ ਮੈਂ ਲੋਕਾਂ ਦੇ ਹੱਕ ਮਾਰਦਾ ਹਾਂ, ਹੇਰਾ ਫੇਰੀ ਕਰਦਾ ਹਾਂ, ਤੇ ਮੈਂ ਤਾਂ ਇੱਥੇ ਚਿੰਤਾ 'ਚ ਰਹਿ ਕੇ ਇਹਦੋਂ ਜ਼ਿਆਦਾ ਨਰਕਾਂ ਦੀ ਅੱਗ ਕੀ ਹੋ ਸਕਦੀ? ਜਿਉਂਦੇ ਜੇ ਅਸੀਂ ਅੱਗ ਸੜ ਰਹੇ ਹਾਂ, ਇੱਕ ਅੱਗ ਨਹੀਂ ਕਈ ਤਰ੍ਹਾਂ ਦੀ ਅੱਗ ਬਲ ਰਹੀ ਹੈ ਸਾਡੇ ਅੰਦਰ। ਗੁਰਬਾਣੀ ਕਹਿੰਦੀ ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ। 5 ਤਰ੍ਹਾਂ ਦੀ ਅੱਗ ਬਲ ਰਹੀ ਹੈ। ਹੁਣ ਉਹ ਦੋਜਕ ਦੀ ਅੱਗ ਜਿਹੜੀ ਹੈ ਉਹ ਕਿਹੋ ਜਿਹੀ ਹੈ, ਉਹ ਤੇ ਜਿਹੜੇ ਉੱਥੇ ਗਏ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਨਾ। ਉੱਥੋਂ ਜਾ ਕੇ ਵਾਪਸ ਦੋਜਕ ਸੜ ਕੇ ਕੋ ਆਇਆ ਹੈ ਮੁੜ ਕੇ ਕੋਈ, ਜਿਹੜਾ ਦੱਸੇ ਕਿ ਉੱਥੇ ਇੰਨਾ ਸੇਕ ਲੱਗਦਾ ਜਾਂ ਇੰਨਾ ਸੜਦੇ ਨੇ, ਆਇਆ ਕੋ ਉੱਥੋਂ ਵਾਪਸ ਕੋਈ? ਇਹ ਤੇ ਮਨੁੱਖਾਂ ਨੂੰ ਸਮਝਾਉਣ ਦੇ ਲਈ, ਆਪਣੇ ਮਗਰ ਲਗਾਉਣ ਦੇ ਲਈ ਇਹ ਕਥਾ ਕਹਾਣੀਆਂ ਧਰਮ ਦੀ ਦੁਨੀਆ 'ਚ ਬਣੀਆਂ ਨੇ। ਪਰ ਯਥਾਰਥ ਕੀ ਹੈ, ਅਸਲੀਅਤ ਕੀ ਹੈ ਕਿ ਜੋ ਤੁਸੀਂ ਇੱਥੇ ਕਰੋਗੇ ਉਹਦਾ ਦੁੱਖ ਉਹਦਾ ਸੁੱਖ ਤੁਹਾਨੂੰ ਮਿਲਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਇੱਥੇ ਮਾੜੇ ਔਗਣ ਕਰਾਂਗੇ, ਅਸੀਂ ਬੁਰੇ ਕਰਮ ਕਰਾਂਗੇ, ਸਾਡੇ ਅੰਦਰ ਚਿੰਤਾ ਪੈਦਾ ਹੋਏਗੀ, ਸਾਡੇ ਅੰਦਰ ਈਰਖਾ ਪੈਦਾ ਹੋਏਗੀ, ਸਾਡੇ ਅੰਦਰ ਕ੍ਰੋਧ ਪੈਦਾ ਹੋਏਗਾ। ਤੇ ਇਹ ਤੇ ਸਾਰੇ ਅੱਗ ਹੀ ਨੇ, ਇੱਕ ਅੱਗ ਨਹੀਂ ਕਈ ਤਰ੍ਹਾਂ ਦੀ ਅੱਗ ਹੈ। ਹੁਣ ਜਿੱਥੇ ਇਹ ਈਰਖਾ ਦੀ ਅੱਗ ਹੋਏਗੀ, ਕ੍ਰੋਧ ਦੀ ਅੱਗ ਹੋਏਗੀ, ਤ੍ਰਿਸ਼ਨਾ ਦੀ ਅੱਗ ਹੋਏਗੀ, ਉੱਥੇ ਹਰਿਆਵਲ ਕਿੱਥੋਂ ਆਏਗੀ? ਉੱਥੇ ਸੁੱਖ ਕਿੱਥੋਂ ਆਏਗਾ? ਸੁੱਖ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਮਨੁੱਖ ਦੇ ਅੰਦਰ ਸ਼ਾਂਤੀ ਹੋਏ, ਮਨੁੱਖ ਦੇ ਅੰਦਰ ਪਿਆਰ ਹੋਏ, ਮਨੁੱਖ ਦੇ ਅੰਦਰ ਨਿਮਰਤਾ ਹੋਏ, ਮਨੁੱਖ ਦੇ ਅੰਦਰ ਧੀਰਜ ਹੋਏ, ਮਨੁੱਖ ਦੇ ਅੰਦਰ ਸੰਤੋਖ ਹੋਵੇ। ਆਪਣੇ ਆਪ ਸੁੱਖ ਵਰਤਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਜਦ ਵੀ ਗੱਲ ਦੇਖੋ ਮੁਸਲਮਾਨ ਦੀ ਕੀਤੀ ਤੇ ਉਹਨੂੰ ਸਮਝਾਇਆ ਕਿ ਜੇ ਤੂੰ ਸੁਖੀ ਹੋਣਾ ਨਾ, ਫਿਰ 5 ਨਮਾਜ਼ਾਂ, 5 ਵਕਤ, 5 ਪੰਜੇ ਨਾਓ, ਪਹਿਲਾਂ ਸੱਚ ਹਲਾਲ ਦੇ, ਤੀਜਾ ਖੈਰ ਖੁਦਾਏ, ਸੱਚ ਬੋਲ। ਨਮਾਜ਼ ਇਹ ਗੱਲ ਕਹਿੰਦੀ ਹੈ ਹਲਾਲ ਦੀ ਕਿਰਤ ਕਰ, ਹਰਾਮ ਦਾ ਨਹੀਂ ਕੋਈ ਚੀਜ਼ ਖਾਣੀ।
ਹਰਾਮ ਜਿਹੜਾ ਮੁਰਦਾਰ ਹੈ ਤੇਰੇ ਲਈ। ਕਿਸੇ ਦਾ ਹੱਕ ਮਾਰਨਾ ਉਸ ਸੂਰ ਉਸ ਗਾਏ ਸੂਰ ਦੀ ਨਹੀਂ ਹੈ। ਇਹ ਈਮਾਨ ਕਹਿੰਦਾ, ਇਸ ਤਰ੍ਹਾਂ ਕਹਿੰਦੀ ਕਿਸੇ ਦਾ ਹੱਕ ਮਾਰਨਾ ਸੂਰ ਖਾਣ ਦੇ ਬਰਾਬਰ ਹੈ। ਕਿਸੇ ਦਾ ਹੱਕ ਨਾ ਮਾਰ, ਕਿਸੇ ਨਾਲ ਬੇਈਮਾਨੀ ਨਾ ਕਰ। ਹੁਣ ਬਹੁਤ ਸਾਰੇ ਉਹ ਲੋਕ ਨੇ ਧਰਤੀ ਤੇ, ਸਾਰੇ ਧਰਮਾਂ ਦੇ, ਇਸਲਾਮ ਮਤ ਦੇ ਵੀ ਬਹੁਤ ਨੇ, ਕਿ ਇਸਲਾਮ ਕੰਟਰੀ ਦੇ ਅੰਦਰ ਬੇਈਮਾਨੀ ਖਤਮ ਹੋ ਗਈ, ਕਿ ਉਹ ਸਾਰੇ ਇਮਾਨਦਾਰੀ ਨੇ। ਧਰਮ ਦੇ ਨਾਂ ਤੇ ਮੁਲਕ ਬਣ ਜਾਂਦੇ ਨੇ, ਧਰਮ ਦੇ ਨਾਂ ਤੇ ਮਜ਼ਹਬ ਬਣ ਜਾਂਦੇ ਨੇ, ਧਰਮ ਦੇ ਨਾਂ ਤੇ ਸੰਪਰਦਾਵਾਂ ਬਣ ਜਾਂਦੀਆਂ ਨੇ। ਪਰ ਜਦੋਂ ਕੋਈ ਮਨੁੱਖ ਸੱਚ ਮਾਰਗ ਤੇ ਚੱਲਦਾ ਹੈ, ਜਦੋਂ ਕੋਈ ਮਨੁੱਖ ਅਸਲੀ ਜ਼ਿੰਦਗੀ ਦੇ ਧਰਮ ਨੂੰ ਧਾਰਨ ਕਰ ਲੈਂਦਾ ਹੈ, ਉਹਦੇ ਲਈ ਸਾਰੀ ਦੁਨੀਆ ਹੀ ਆਪਣਾ ਪਰਿਵਾਰ ਬਣ ਜਾਂਦੀ ਹੈ। ਉਹਦੇ ਲਈ ਫਿਰ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਉਹਦੇ ਲਈ ਕੋਈ ਬੇਗਾਨਾ ਨਹੀਂ ਰਹਿ ਜਾਂਦਾ, ਉਹਦੇ ਲਈ ਸਾਰੀ ਦੁਨੀਆ ਆਪਣੀ ਬਣ ਜਾਂਦੀ ਹੈ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੈ, ਪ੍ਰਭੂ ਹੈ। ਤੁਮ ਦਾਤੇ ਹਮ ਸਦਾ ਭਿਖਾਰੀ। ਵਾਹਿਗੁਰੂ ਜੀ ਤੁਸੀਂ ਸਾਡੇ ਦਾਤੇ ਹੋ, ਅਸੀਂ ਤੁਹਾਡੇ ਦਰ ਦੇ ਭਿਖਾਰੀ ਹਾਂ, ਸੇਵਕ ਹਾਂ। ਅਸੀਂ ਤੁਹਾਡੇ ਦਰ ਤੋਂ ਹੀ ਮੰਗਣਾ। ਦਿਓ ਜਵਾਬ ਹੋਏ ਬਜ਼ਗਾਰੀ। ਜੋ ਕੁਝ ਤੁਸੀਂ ਮੈਨੂੰ ਦੇ ਰਹੇ ਹੋ ਉਹ ਮੈਨੂੰ ਪ੍ਰਵਾਨ ਕਰਨਾ ਪੈਣਾ। ਤੇ ਜੇ ਮੈਂ ਜਵਾਬ ਦੇਵਾਂਗਾ, ਤੁਹਾਡੀ ਗੱਲ ਨਹੀਂ ਮੰਨਾਂਗਾ, ਤੇ ਮੈਂ ਤੁਹਾਡਾ ਗੁਨਾਹਗਾਰ ਹੋਵਾਂਗਾ। ਬਜ਼ਗਾਰੀ ਦਾ ਅਰਥ ਹੈ ਗੁਨਾਹਗਾਰ। ਜੇ ਮੈਂ ਤੁਹਾਡੇ ਹੁਕਮ ਦੀ ਅਦੂਲੀ ਕਰਾਂਗਾ, ਜੇ ਤੁਹਾਡੇ ਹੁਕਮ ਨੂੰ ਪ੍ਰਵਾਨ ਨਹੀਂ ਕਰਾਂਗਾ, ਤੇ ਮੈਂ ਗੁਨਾਹਗਾਰ ਹੋਵਾਂਗਾ। ਸਭ ਤੋਂ ਵੱਡਾ ਗੁਨਾਹਗਾਰ ਉਹ ਹੈ ਜੋ ਰੱਬ ਦੇ ਹੁਕਮ ਦੀ ਅਦੂਲੀ ਕਰਦਾ ਹੈ। ਔਰ ਗੁਰਬਾਣੀ ਕਹਿੰਦੀ ਜ਼ਿੰਦਗੀ ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹ ਪ੍ਰਮਾਤਮਾ ਦੀ ਰਜ਼ਾ ਚੱਲੀਏ, ਜੋ ਵਾਹਿਗੁਰੂ ਜੀ ਨੇ ਸਾਡੇ ਮੱਥੇ ਤੇ ਲਿਖ ਦਿੱਤਾ ਹੈ ਹੁਕਮ, ਉਹਦੇ ਅਨੁਸਾਰ ਚੱਲੀਏ, ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਈਏ। ਭਾਵ ਇਹ ਹੈ ਕਿ ਜ਼ਿੰਦਗੀ ਅੰਦਰ ਸੱਚ ਮਾਰਗ ਤੇ ਚੱਲੀਏ, ਜੋ ਉਹ ਵਾਹਿਗੁਰੂ ਕਰਦਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲਈਏ। ਔਰ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਅਸੀਂ ਰਜ਼ਾ ਨੂੰ ਨਹੀਂ ਪ੍ਰਵਾਨ ਕਰਾਂਗੇ, ਜੇ ਉਹਦੇ ਹੁਕਮ ਨੂੰ ਨਹੀਂ ਪ੍ਰਵਾਨ ਕਰਾਂਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਬੰਦੇ ਦਾ ਦਰਅਸਲ ਸੁਭਾਅ ਹੁਕਮ ਕਰਨ ਦਾ, ਹੁਕਮ ਮੰਨਣ ਦਾ ਨਹੀਂ ਹੈ। ਹੁਕਮ ਮੰਨਣਾ ਬੜਾ ਔਖਾ ਹੁੰਦਾ ਹੈ। ਜਿਸ ਬੰਦੇ ਨੇ ਚੌਧਰੀ ਕੀਤੀ ਹੋਏ, ਜਿਸ ਬੰਦੇ ਨੇ ਹੁਕਮ ਚਲਾਇਆ ਹੋਏ, ਘਰ 'ਚ ਵੀ ਚਲਾਇਆ ਹੋਏ, ਬਾਹਰ ਵੀ ਚਲਾਇਆ ਹੋਏ, ਜਦੋਂ ਕਿਤੇ ਉਹਨੂੰ ਹੁਕਮ ਮੰਨਣਾ ਪੈਂਦਾ ਨਾ, ਬੜਾ ਪੀੜਤ ਹੁੰਦਾ ਬੰਦਾ। ਕਰ ਤਾਂ ਨਹੀਂ ਕੁਛ ਸਕਦਾ, ਪਰ ਅੰਦਰੋਂ ਬੜਾ ਦੁਖੀ ਹੁੰਦਾ, ਅੰਦਰੋਂ ਨਾ ਤਰਲੋ ਮੱਛੀ ਹੋ ਜਾਂਦਾ। ਤੇ ਸਤਿਗੁਰੂ ਜੀ ਨੇ ਅਜਿਹੇ ਪ੍ਰਾਣੀਆਂ ਦੀ ਗੱਲ ਕੀਤੀ, ਹੁਕਮ ਕੀਏ ਮਨ ਭਾਵੰਦੇ ਰਾਹ ਭੀੜੈ ਅੱਗੇ ਜਾਵਣਾ। ਹੁਣ ਭੀੜਾ ਰਾਹ ਕੋਈ ਐ ਸਰੀਰ ਤਿਆਗਣ ਤੋਂ ਬਾਅਦ ਨਹੀਂ ਹੈ, ਜਿਹੜਾ ਆਪਾਂ ਕਹਿੰਦੇ ਕਿ ਅੱਗੇ ਬੜਾ ਰਸਤਾ ਭੀੜਾ ਹੈ, ਅੱਗੇ ਬੜਾ ਔਖਾ ਮਾਰਗ, ਉਹ ਇਹ ਜ਼ਿੰਦਗੀ ਤੋਂ ਬਾਅਦ ਨਹੀਂ ਹੈ। ਭੀੜਾ ਰਸਤਾ ਕੀ ਹੈ? ਜਦੋਂ ਬੰਦਾ ਕਿਸੇ ਮੁਸੀਬਤ 'ਚ ਫਸ ਜਾਂਦਾ ਕਿ ਬੜੀ ਤਗੜੀ ਭੀੜ ਬਣ ਗਈ ਮੇਰੇ ਤੇ, ਬੜਾ ਔਖਾ ਟਾਈਮ ਆ ਗਿਆ, ਬੜਾ ਦੁਖਦਾਈ ਰਸਤਾ ਹੈ, ਉਹ ਭੀੜੇ ਰਸਤੇ ਦਾ ਅਰਥ ਹੈ ਕਿ ਜ਼ਿੰਦਗੀ ਅੰਦਰ ਬਿਪਤਾ ਆਉਣੀ, ਜਦੋਂ ਸਾਡੀ ਸੁਰਤ ਪੀੜਤ ਹੋਏ, ਜਦੋਂ ਸਾਡੀ ਸੁਰਤ ਪੀੜਤ ਹੋਏ, ਇਹ ਭੀੜਾ ਰਸਤਾ ਹੈ। ਸਾਡੀ ਸੁਰਤ ਨੂੰ ਭੀੜੇ ਰਸਤੇ ਤੋਂ ਗੁਜ਼ਰਨਾ ਪੈਂਦਾ, ਸਾਡੀ ਸੁਰਤ ਨੂੰ ਇਹੋ ਜਿਹਾ ਦੁੱਖ ਚੱਲਣਾ ਪੈਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨੇ ਤੇ ਹੁਕਮ ਹੀ ਕੀਤੇ ਨਾ ਰਾਹ ਭੀੜਾ ਅੱਗੇ ਜਾਵਣਾ। ਮੰਦੇ ਕਰਮ ਕਰਨ ਤੋਂ ਬਾਅਦ ਉਹਨੂੰ ਫਿਰ ਬੜੇ ਭੀੜੇ ਰਸਤੇ ਤੋਂ ਗੁਜ਼ਰਨਾ ਪੈਂਦਾ, ਬੜੇ ਦੁੱਖ ਉਠਾਉਣੇ ਪੈਂਦੇ ਨੇ। ਪਰ ਜਿਨ੍ਹਾਂ ਨੇ ਹੁਕਮ ਮੰਨਿਆ, ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨੀਏ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਹਦੇ ਤੇ ਵਾਹਿਗੁਰੂ ਮਿਹਰ ਕਰਦਾ ਹੈ, ਜਿਹੜਾ ਵਾਹਿਗੁਰੂ ਜੀ ਦੀ ਰਜ਼ਾ 'ਚ ਆ ਜਾਂਦਾ ਹੈ, ਉਹ ਵਾਹਿਗੁਰੂ ਜੀ ਦੇ ਦਰ ਘਰ ਵਿੱਚ ਪਹੁੰਚ ਜਾਂਦਾ ਹੈ, ਉਹਨੂੰ ਵਾਹਿਗੁਰੂ ਜੀ ਦੇ ਦਰ ਘਰ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ, ਆਨੰਦ ਮਿਲ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਮੈਂ ਤੁਹਾਡੇ ਹੁਕਮ ਦੀ ਅਦੂਲੀ ਕਰਾਂਗਾ, ਫਿਰ ਦਿਓ ਜਵਾਬ ਹੋਏ ਬਜ਼ਗਾਰੀ, ਮੈਨੂੰ ਜਵਾਬ ਦੇਣਾ ਪਏਗਾ, ਮੈਂ ਤੁਹਾਡੇ ਦਰ ਦਾ ਗੁਨਾਹਗਾਰ ਹੋਵਾਂਗਾ। ਦਾਸ ਕਬੀਰ ਤੇਰੀ ਪਨਾਹ ਸਮਾਨਾ, ਪਨਾਹ ਜਿਹਨੂੰ ਆਪਾਂ ਕਹਿੰਦੇ ਸ਼ਰਨ, ਕਿ ਦਾਸ ਕਬੀਰ ਤਾਂ ਤੁਹਾਡੀ ਸ਼ਰਨ ਵਿੱਚ ਹੈ, ਤੁਹਾਡੇ ਦਰ ਦੇ ਉੱਪਰ, ਤੁਹਾਡੀ ਹਜ਼ੂਰੀ 'ਚ ਹੈ, ਤੁਹਾਡੀ ਸ਼ਰਨ 'ਚ ਹੈ। ਹੁਣ ਇੱਕ ਇਸਲਾਮ ਮਤ ਦਾ ਧਾਰਨੀ ਬਾਬਾ ਕਬੀਰ ਸਾਹਿਬ ਜੀ ਨੂੰ ਆਉਣ ਵਾਲੇ ਸਮੇਂ ਬਿਸਤ ਦੇ ਨਜ਼ਾਰੇ ਦੱਸ ਰਿਹਾ ਹੈ, ਰੱਬ ਦੇ ਦਰ ਦੀਆਂ ਗੱਲਾਂ ਦੱਸ ਰਿਹਾ ਹੈ ਕਿ ਰੱਬ ਦਾ ਦਰ ਏਡਾ ਵੱਡਾ ਹੈ, ਰੱਬ ਦਾ ਦਰ ਇੰਨੀ ਦੂਰ ਹੈ, ਰੱਬ ਦੇ ਦਰ ਤੇ 7000 ਉਹਦੇ ਖਾਸ ਫਰਿਸ਼ਤੇ ਨੇ, ਰੱਬ ਦੇ ਦਰ ਤੇ
56 ਕਰੋੜ ਜਿਹੜੇ ਨੇ ਉਹਦੇ ਖਾਸ ਸੇਵਾਦਾਰ ਨੇ, 1.25 ਲੱਖ ਉੱਤੇ ਪੈਗੰਬਰ ਨੇ, 88 ਕਰੋੜ ਤੇ ਆਲਮ ਫਾਜ਼ਲ ਬੈਠੇ ਹੋਏ ਨੇ। ਬੜੀ ਵੱਡੀ ਗਿਣਤੀ ਮਿਣਤੀ ਦੱਸੀ ਉਸਨੇ, ਤੇ ਬੰਦਾ ਬੜਾ ਲਲਚਾ ਜਾਂਦਾ ਇਹੋ ਜਿਹੀਆਂ ਗਿਣਤੀਆਂ ਸੁਣ ਕੇ ਨਾ। ਕਿਸੇ ਨੂੰ ਵੀ ਦੱਸੋ, ਆਮ ਬੰਦਾ ਭੋਲਾ ਜਿਹਾ ਨਾ, ਉਹ ਸੱਚ ਹੀ ਸਮਝ ਬੈਠੇਗਾ। ਔਰ ਕਈ ਲੋਕ ਤੇ ਇਦਾਂ ਦੱਸਣਗੇ ਜਿਵੇਂ ਉਹ ਰੱਬ ਦੇ ਦਰ ਤੋਂ ਖਾਸ ਹੀ ਆਏ ਹੁੰਦੇ ਨੇ, ਬੜੀ ਗਿਣਤੀ ਮਿਣਤੀ ਕਰਕੇ ਦੱਸਣਗੇ। ਉੱਥੇ ਤੁਹਾਨੂੰ ਇਹ ਆਨੰਦ ਮਿਲੇਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜ਼ਿੰਦਗੀ ਦਾ ਸਾਨੂੰ ਸੱਚ ਮਾਰਗ ਦਿੱਤਾ ਹੈ ਕਿ ਇਹ ਜਿਹੜੀ ਜ਼ਿੰਦਗੀ ਮਿਲੀ ਇਹ ਬੜੀ ਦੁਰਲੱਭ ਹੈ, ਇਹ ਮੁੜ ਕੇ ਨਹੀਂ ਮਿਲਣੀ। ਇਸ ਜ਼ਿੰਦਗੀ ਨੂੰ ਆਨੰਦਮਈ ਬਣਾ ਲਓ। ਇਹ ਜ਼ਿੰਦਗੀ ਨੂੰ ਆਨੰਦਮਈ ਬਣਾਉਣ ਦਾ ਤਰੀਕਾ ਇਹ ਹੈ ਕਿ ਜ਼ਿੰਦਗੀ ਤੇ ਸੱਚ ਮਾਰਗ ਤੇ ਚੱਲੋ। ਸੱਚਾ ਹੈ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਦਾਸ ਕਬੀਰ ਤੇਰੀ ਪਨਾਹ ਸੁਮਾਨਾ, ਕਿ ਇਹ ਕਬੀਰ ਤੁਹਾਡੇ ਦਰ ਦਾ ਸੇਵਕ ਤੁਹਾਡੀ ਪਨਾਹ ਵਿੱਚ ਹੈ, ਤੁਹਾਡੀ ਚਰਨ ਸਰਣ ਵਿੱਚ ਹੈ। ਤੇ ਭਿਸ਼ਤ ਨਜ਼ੀਕ ਰਾਖ ਰਹਿਮਾਨਾ, ਰਹਿਮਾਨ हे ਕਿਰਪਾਲੂ, ਇਹ ਰਹਿਮ ਦਿਲ ਪਰਮਾਤਮਾ, ਮੇਰੀ ਬੇਨਤੀ ਹੈ ਮੈਨੂੰ ਆਪਣੇ ਨੇੜੇ ਰੱਖ। ਜਦੋਂ ਆਪਾਂ ਪਵਿੱਤਰ ਬਾਣੀ ਪੜ੍ਹੀਏ ਉੱਥੇ ਵਿਸਰਾਮ ਦੀ ਬੜੀ ਅਹਿਮੀਅਤ ਹੈ। ਜੇ ਸਾਨੂੰ ਗੁਰਬਾਣੀ ਦਾ ਗਿਆਨ ਨਹੀਂ ਹੋਏਗਾ, ਵਿਸਰਾਮ ਠੀਕ ਨਹੀਂ ਲੱਗੇਗਾ, ਅਰਥ ਦਾ ਅਨਰਥ ਬਣ ਜਾਏਗਾ, ਸਿਧਾਂਤ ਜਿਹੜਾ ਬਿਲਕੁਲ ਉਲਟ ਹੋ ਜਾਏਗਾ। ਭਿਸ਼ਤ ਲਫ਼ਜ਼ ਦੇ ਤੱਤੇ ਨੂੰ ਔਂਕੜ ਜਿਹੜੀ ਕਹਿੰਦੀ ਕਿ ਇੱਥੇ ਰੁਕ ਜਾਓ ਥੋੜਾ ਜਿਹਾ, ਇਹ ਇੱਕ ਵਜਨ ਦੀ ਪ੍ਰਤੀਕ ਵੀ ਹੈ। ਭਿਸ਼ਤ ਨਜ਼ੀਕ ਰੱਖ ਰਹਿਮਾਨਾ, ਕਿਰਪਾਲੂ ਪ੍ਰਭੂ ਤੂੰ ਮੈਨੂੰ ਆਪਣੇ ਚਰਨਾਂ ਦੇ ਕੋਲ ਰੱਖ, ਆਪਣੇ ਨੇੜੇ ਰੱਖ, ਇਹੀ ਮੇਰੇ ਲਈ ਬਿਸ਼ਤ ਹੈ। ਮੈਨੂੰ ਹੋਰ ਕਿਸੇ ਬਿਸ਼ਤ ਦੀ ਲੋੜ ਨਹੀਂ ਹੈ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ। ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਮੈਂ ਗੁਰੂ ਦੀ ਕਿਰਪਾ ਸਦਕਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ, ਹੁਣ ਮੈਨੂੰ ਕਿਸੇ ਸਵਰਗ ਦੀ ਲਾਲਸਾ ਨਹੀਂ। ਇੱਥੇ ਤੇ ਕਈ ਸਵਰਗ ਤਰਲੇ ਲੈਂਦੇ ਫਿਰਦੇ ਨੇ, ਪਤਾ ਨਹੀਂ ਕਿੰਨੇ ਕੁ ਸਵਰਗ ਤੁਰੇ ਫਿਰਦੇ ਨੇ ਇੱਥੇ। ਸਵਰਗਾਂ ਵਾਲਿਆਂ ਨੇ ਵੀ ਕਈ ਗਿਣਤੀਆਂ ਕੀਤੀਆਂ ਨੇ, ਸਵਰਗਾਂ 'ਚ ਵੀ ਦਰਜੇ ਬਣਾਏ ਹੋਏ ਨੇ ਕਿ ਉੱਥੇ ਇਹ ਦਰਜਾ ਮਿਲੇਗਾ। ਲੇਕਿਨ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਜ਼ਿੰਦਗੀ ਦੇ ਅੰਦਰ ਉਸ ਸਵਰਗ, ਉਸ ਬਿਸ਼ਤ ਦੇ ਆਨੰਦ ਦੀ ਗੱਲ ਕਹਿ ਦਿੱਤੀ ਕਿ ਜ਼ਿੰਦਗੀ ਨੂੰ ਹੀ ਸਵਰਗ ਬਣਾ ਲਓ, ਜ਼ਿੰਦਗੀ ਦਾ ਆਨੰਦ ਮਾਣੋ। ਐਸ ਜ਼ਿੰਦਗੀ ਤੋਂ ਬਾਅਦ ਦਾ ਕੋਈ ਲਾਰਾ ਲਾਏ, ਸਮਝੋ ਉਹਨੂੰ ਧਰਮ ਦਾ ਗਿਆਨ ਹੀ ਨਹੀਂ ਹੈ। ਧਰਮ ਮਨੁੱਖ ਨੂੰ ਜ਼ਿੰਦਗੀ ਅੰਦਰ ਜਿਉਣ ਦੀ ਜਾਂਚ ਦੱਸਦਾ ਹੈ। ਬਾਬਾ ਜਦੋਂ ਆਪਾਂ ਗੁਰੂ ਕਾ ਇਤਿਹਾਸ ਪੜ੍ਹਦੇ ਬੜੀਆਂ ਪਿਆਰੀਆਂ ਗਾਥਾਵਾਂ ਹੁੰਦੀਆਂ ਨੇ। ਗੜ੍ਹ ਸ਼ੰਕਰ ਦੇ ਰਹਿਣ ਵਾਲੇ ਭਾਈ ਤਿਲਕੂ ਜੀ ਜਿਹੜੇ ਗੁਰੂ ਕੀ ਹਜ਼ੂਰੀ 'ਚ ਗਏ, ਗੁਰੂ ਕੇ ਸਿੱਖ ਬਣ ਗਏ। ਹੁਣ ਉਹਨਾਂ ਨੂੰ ਗਿਆਨ ਮਿਲਿਆ। ਜਦੋਂ ਵੀ ਬੰਦੇ ਨੂੰ ਕੋਈ ਗਿਆਨ ਜਾਂ ਸੱਚ ਦੀ ਸੋਝੀ ਹੋਏ ਤੇ ਉਹਦੇ ਮਨ ਦੀ ਇੱਕ ਭੁੱਖ ਹੁੰਦੀ ਕਿ ਲੋਕਾਂ ਨੂੰ ਇਹ ਦੱਸਿਆ ਜਾਏ, ਲੋਕਾਂ ਨੂੰ ਵੀ ਇਸ ਮਾਰਗ ਤੇ ਤੋਰਿਆ ਜਾਏ। ਵੈਸੇ ਵੀ ਗੁਰੂ ਕੇ ਸਿੱਖ ਦਾ ਇੱਕ ਫਰਜ਼ ਬਣਦਾ ਹੈ ਕਿ ਆਪ ਜਪੋ ਅਵਰਹਿ ਨਾਮ ਜਪਾਓ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰਹਿ ਨਾਮ ਜਪਾਵੇ। ਵੰਡ ਕੇ ਛਕਣਾ ਇੱਕ ਗੁਰਮਤ ਦਾ ਸਿਧਾਂਤ ਹੈ। ਵੰਡ ਕੇ ਛਕਣ ਤੋਂ ਅਰਥ ਕੇਵਲ ਪ੍ਰਸਾਦੇ ਪਾਣੀ ਤੋਂ ਹੀ ਨਹੀਂ ਹੈ, ਜਾਂ ਪੈਸੇ ਧੇਲੇ ਤੋਂ, ਕੱਪੜੇ ਲੱਤੇ ਵਸਤੂ ਤੋਂ ਹੀ ਨਹੀਂ ਹੈ। ਵੰਡ ਕੇ ਛਕਣ ਦਾ ਅਰਥ ਕਿ ਜੋ ਕੁਝ ਵੀ ਤੁਹਾਡੇ ਕੋਲ ਦੂਜਿਆਂ ਤੋਂ ਜ਼ਿਆਦਾ ਹੈ, ਭਾਵੇਂ ਉਹ ਧਨ ਹੈ, ਭਾਵੇਂ ਉਹ ਤੁਹਾਡੇ ਕੋਲ ਰਾਜਨੀਤਿਕ ਬਲ ਹੈ, ਤੁਹਾਡੇ ਕੋਲ ਕਲਮ ਦਾ ਗਿਆਨ ਹੈ, ਕਲਮ ਦੀ ਤਾਕਤ ਹੈ, ਦਿਮਾਗੀ ਗਿਆਨ ਹੈ, ਤੁਹਾਡੇ ਕੋਲ ਜੋ ਕੁਝ ਵੀ ਹੈ ਉਹਦੇ ਨਾਲ ਮਨੁੱਖਤਾ ਦੀ ਸੇਵਾ ਕਰੋ, ਲੋਕਾਂ 'ਚ ਸ਼ੇਅਰ ਕਰੋ। ਉਹ ਗੱਲ ਜਿਹੜੀ ਹੈ, ਜੇ ਤੁਹਾਡੇ ਕੋਲ ਆਤਮ ਗਿਆਨ ਆਇਆ ਤੇ ਉਹ ਵੀ ਲੋਕਾਂ 'ਚ ਵੰਡੋ। ਤੁਸੀਂ ਇਹ ਨਹੀਂ ਕਿ ਲੁੱਕ ਕੇ ਬਹਿ ਜਾਣਾ ਕਿ ਮੈਂ ਦੁਨੀਆ ਤੋਂ ਵੱਖਰਾ ਹੈ, ਦੁਨੀਆ ਤੋਂ ਖਾਸ ਹੈ, ਮੈਂ ਵਿਸ਼ੇਸ਼ ਬਣ ਗਿਆ ਤੇ ਬਾਕੀ ਦੁਨੀਆ ਤੋਂ ਜਿਹੜਾ ਡਰਦੇ ਹੀ ਰਹਿਣਾ। ਇਹ ਗੁਰਮਤ ਦਾ ਮਾਰਗ ਨਹੀਂ ਹੈ। ਗੁਰਮਤ ਦਾ ਮਾਰਗ ਹੈ ਕਿ ਆਪ ਜਪੋ ਅਵਰਹਿ ਨਾਮ ਜਪਾਓ, ਆਪ ਵੀ ਪ੍ਰਮਾਤਮਾ ਦੇ ਪਿਆਰ ਜੋੜੋ ਤੇ ਹੋਰਨਾਂ ਨੂੰ ਵੀ ਜੋੜੋ। ਉਹ ਭਾਈ ਤਿਲਕੂ ਇਸੇ ਚਾਅ ਦੇ ਨਾਲ ਇਲਾਕੇ ਵਿੱਚ ਆ ਕੇ ਇਲਾਕੇ ਦੇ ਲੋਕਾਂ ਨੂੰ ਸੱਚ ਧਰਮ ਨਾਲ ਜੋੜਨ ਲੱਗ ਪਿਆ, ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਪਿਆ। ਉਸ ਇਲਾਕੇ 'ਚ ਇੱਕ ਜੋਗੀ ਸੀ ਜਿਹਨੇ ਆਪਣੇ ਪਖੰਡ ਦਾ ਇੱਕ ਅੱਡਾ ਬੜਾ ਸੋਹਣਾ ਕਾਇਮ ਕੀਤਾ ਸੀ। ਲੋਕਾਂ ਨੂੰ ਡਰਾ ਡਰਾ ਕੇ ਕਰਾਮਾਤਾਂ ਦੇ ਨਾਂ ਤੇ, ਸੁਖਣਾ ਪੂਰੀਆਂ ਹੋਣ ਦੇ ਨਾਂ ਤੇ ਬੜਾ ਇਕੱਠੀਆਂ ਕੀਤਾ ਜਾਂਦਾ। ਅੱਜ ਵੀ ਆਪਾਂ ਦੇਖਦੇ ਹਾਂ ਗੁਰਦੁਆਰੇ ਘੱਟ ਨੇ ਤੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰਨ ਲਈ ਥਾਂ ਬਹੁਤੇ ਬਣ ਗਏ ਨੇ। ਗੁਰਦੁਆਰੇ ਦਾ ਅਰਥ ਹੁੰਦਾ ਗਿਆਨ ਦੇਣਾ। ਗੁਰਦੁਆਰੇ ਦਾ ਅਰਥ ਹੈ ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ ਤੇ ਜਾ ਕੇ ਸੋਝੀ ਮਿਲਣੀ ਚਾਹੀਦੀ, ਗਿਆਨ ਮਿਲਣਾ ਚਾਹੀਦਾ, ਚਾਨਣ ਮਿਲਣਾ ਚਾਹੀਦਾ। ਹੁਣ ਜਿਸ ਗੁਰਦੁਆਰੇ 'ਚ ਇਹ ਲਾਲਚ ਦਿੱਤਾ ਜਾਏ ਇੱਥੇ ਗਿਆਨ ਨਾਲ ਮੱਥੇ ਟੇਕੋ ਤੁਹਾਡੀ ਕਾਮਨਾ ਪੂਰੀ ਹੋਏਗੀ, ਇੱਥੇ ਤੇ ਗੁਰਦੁਆਰੇ ਦੀ ਡੈਫੀਨੇਸ਼ਨ ਪੂਰੀ ਨਹੀਂ ਉਤਰਦੀ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ ਤੇ ਤਾਂ ਸੋਝੀ ਮਿਲਦੀ ਹੈ।
ਗੁਰੂ ਦਾ ਦਰ ਤੇ ਪ੍ਰਕਾਸ਼ ਦਿੰਦਾ, ਚਾਨਣ ਦਿੰਦਾ, ਸੋਝੀ ਦਿੰਦਾ, ਗਿਆਨ ਦਿੰਦਾ। ਹੁਣ ਜਿੱਥੇ ਕਿਸੇ ਥਾਂ ਤੇ ਡਰਾਇਆ ਜਾਏ ਤੁਸੀਂ ਨਹੀਂ ਆਓਗੇ ਤੁਹਾਡਾ ਨੁਕਸਾਨ ਹੋ ਜਾਏਗਾ, ਤੁਸੀਂ ਇੰਨੇ ਦਿਨ ਆਓਗੇ ਤੁਹਾਨੂੰ ਇਹ ਕੁਝ ਮਿਲੇਗਾ, ਮਾਫ ਕਰਨਾ, ਉਹ ਦਿਖਾਵਾ ਗੁਰਦੁਆਰੇ ਦਾ, ਪਰ ਅੰਦਰ ਸਿਧਾਂਤ ਗੁਰਦੁਆਰੇ ਦਾ ਨਹੀਂ ਹੈ, ਅੰਦਰ ਭਾਵਨਾ ਗੁਰਦੁਆਰੇ ਦੀ ਨਹੀਂ। ਇਹ ਜੋਗੀ ਨੇ ਵੀ ਇਹੋ ਜਿਹਾ ਅੱਡਾ ਕਾਇਮ ਕੀਤਾ ਸੀ ਆਪਣਾ। ਹੁਣ ਦੁਨੀਆ 'ਚ ਅੰਦਰ ਹਰ ਬੰਦਾ ਸੱਚ ਚਾਹੁੰਦਾ ਹੈ, ਸੱਚ ਦੇ ਢੁੰਡਾਊ ਬਹੁਤ ਲੋਕ ਨੇ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਬਹੁਤ ਸਾਰੇ ਲੋਕ ਭਾਈ ਤਿਲਕੂ ਜੀ ਦੇ ਨੇੜੇ ਆਉਣੇ ਸ਼ੁਰੂ ਹੋ ਗਏ। ਪਖੰਡ ਜਿਹੜਾ ਉਹ ਬਹੁਤਾ ਚਿਰ ਤੇ ਚੱਲਦਾ ਨਹੀਂ ਨਾ, ਸੱਚ ਆਖਰ ਤੇ ਪ੍ਰਗਟ ਹੋ ਹੀ ਜਾਂਦਾ। ਜੋਗੀ ਦੀ ਭੀੜ ਕੱਟਣੀ ਸ਼ੁਰੂ ਹੋ ਗਈ। ਜੋਗੀ ਨੇ ਇੱਕ ਪਖੰਡ ਦਾ ਹੋਰ ਜਿਹੜਾ ਸੀ ਸਟੰਟ ਕੀਤਾ, ਕਹਿ ਦਿੱਤਾ ਕਿ ਮੈਂ ਭੋਰੇ 'ਚ ਬੈਠਾਂਗਾ, ਸ਼ਿਵਰਾਤਰੀ ਵਾਲੇ ਦਿਨ ਬਾਹਰ ਨਿਕਲਾਂਗਾ, ਮੈਨੂੰ ਸ਼ਿਵ ਜੀ ਦੇ ਦਰਸ਼ਨ ਹੋਣਗੇ, ਜਿਹੜਾ ਸਵੇਰੇ ਉੱਠ ਕੇ ਮੈਨੂੰ ਦੇਖੇਗਾ ਉਹਨੂੰ 2 ਸਾਲ ਦਾ ਸਵਰਗ ਮੁਫਤ ਦੇ ਦੇਵਾਂਗੇ। ਸਵਰਗ ਬਿਸਤ, ਜਿਹਦੇ 'ਚ ਕਿਹਾ ਜਾਂਦਾ ਬੜੀਆਂ ਸੁੱਖ ਸਹੂਲਤਾਂ ਨੇ, ਬੜੀਆਂ ਮੌਜਾਂ ਨੇ, ਬੜੀ ਐਸ਼ੋ ਇਸ਼ਰਤ ਦੇ ਸਾਧਨ ਨੇ। ਬੰਦੇ ਦੀ ਇੱਕ ਸੋਚ ਹੈ, ਬਾਕੀ ਸਾਰੀਆਂ ਜੂਨਾਂ 'ਚੋਂ ਕੇਵਲ ਬੰਦੇ ਦੀ ਉਹ ਸੋਚ ਪਤਾ ਕੀ ਹੈ, ਕਮਾਏ ਕੋਈ ਤੇ ਖਾਵਾਂ ਮੈਂ, ਮੈਨੂੰ ਮਿਹਨਤ ਨਾ ਕਰਨੀ ਪਏ। ਹਾਲਾਂਕਿ ਮਿਹਨਤ ਸਾਰੇ ਦੁੱਖਾਂ ਦਾ ਇਲਾਜ ਹੈ, ਸਾਰੇ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ। ਤੁਸੀਂ ਮਿਹਨਤ ਕਰੋ, ਕਿਰਤ ਕਰੋ। ਤੁਸੀਂ ਮਾਨਸਿਕ ਸ਼ਾਂਤੀ ਲੈਣੀ ਹੈ, ਮਿਹਨਤ ਕਰੋ। ਸਰੀਰਕ ਤੰਦਰੁਸਤੀ ਲੈਣੀ ਹੈ, ਮਿਹਨਤ ਕਰੋ ਤੁਸੀਂ। ਪਰ ਬੰਦੇ 'ਚ ਇਹ ਇੱਕ ਰੋਗ ਬੈਠ ਗਿਆ ਕਿ ਉਹ ਕਹਿੰਦਾ ਕਿ ਮੈਨੂੰ ਕਰਨਾ ਕੁਝ ਨਾ ਪਏ, ਮੈਨੂੰ ਵਾਈਟ ਕਾਲਰ ਜੌਬ ਚਾਹੀਦੀ, ਕਿਤੇ ਪਸੀਨਾ ਨਾ ਆ ਜਾਏ, ਮੈਨੂੰ ਪਸੀਨਾ ਨਾ ਆ ਜਾਏ, ਬੈਠੇ ਬਿਠਾਏ ਕਲਮ ਚਲਾਵਾਂ, ਲੋਕਾਂ ਦੀਆਂ ਜੇਬਾਂ ਨੂੰ ਲੁੱਟ ਲਵਾਂ, ਮੈਂ ਇਹ ਜੌਬ ਵਧੀਆ ਲੱਗਦੀ ਹੈ। ਔਰ ਸਕੂਲ ਕਾਲਜ ਸਿਖਾਉਂਦੇ ਹੀ ਇਹੀ ਕੁਝ ਨੇ ਕਿ ਤੁਸੀਂ ਬੈਠੇ ਬਿਠਾਏ ਪੈਸੇ ਕਿਵੇਂ ਕਮਾਉਣੇ ਨੇ, ਚਲਾਕ ਹੋ ਕੇ ਤੁਸੀਂ ਲੋਕਾਂ ਨੂੰ ਲੁੱਟਣਾ ਕਿਵੇਂ ਹੈ। ਸਕੂਲ ਕਾਲਜ ਮਿਹਨਤ ਕਰਨ ਦੀ ਗੱਲ ਨਹੀਂ ਕਰਦੇ, ਮਾਫ ਕਰਨਾ। ਜਦ ਸਾਡੇ ਸਕੂਲ ਕਾਲਜ ਬੱਚਿਆਂ ਨੂੰ ਕਹਿਣਗੇ ਤੁਸੀਂ ਮਿਹਨਤ ਕਰੋ, ਤੁਸੀਂ ਹਾਰਡ ਵਰਕ ਕਰੋ, ਤੇ ਫਿਰ ਸਾਡਾ ਸਮਾਜ ਦਾ ਢੰਗ ਤਰੀਕਾ ਹੀ ਬਦਲ ਜਾਏਗਾ। ਹੁਣ ਇਹੀ ਦੱਸਿਆ ਜਾਂਦਾ ਤੁਸੀਂ ਪੈਸਾ ਕਿਵੇਂ ਕਮਾਉਣਾ ਹੈ, ਚਲਾਕੀ ਕਿਵੇਂ ਕਮਾਉਣੀ। ਇਹੀ ਕਾਰਨ ਹੈ ਨਾ ਕਿ ਹੁਣ ਪਹਿਲਾਂ ਚੋਰ ਲੋਕਾਂ ਦੀਆਂ ਜੇਬਾਂ ਕੱਢਦੇ, ਹੁਣ ਬੈਂਕਾਂ 'ਚੋਂ ਕੱਢੀ ਚਲੇ ਜਾਂਦੇ, ਬੈਠੇ ਬਿਠਾਇਆਂ ਕੱਢ ਲੈਂਦੇ ਨੇ। ਏਦਾਂ ਦੇ ਚੋਰ ਆ ਗਏ ਨੇ। ਔਰ ਸਵਰਗਾਂ ਦੇ ਲਾਲਚ ਦਿੱਤੇ ਗਏ ਮਨੁੱਖ ਨੂੰ। ਸਵਰਗਾਂ 'ਚ ਇੰਨੀਆਂ ਸੁੱਖ ਸਹੂਲਤਾਂ ਨੇ। ਹੁਣ ਜਿਹੜਾ ਬੰਦਾ ਇਹੀ ਸੋਚਦਾ ਕਿ ਕਿਤੇ ਖਾਣ ਪੀਣ ਦੀਆਂ ਮੌਜਾਂ ਹੋਣ, ਐਸੋ ਇਸ਼ਰ ਦੇ ਸਾਧਨ ਹੋਣ, ਉਹਨੂੰ ਕਹਿਤਾ ਜਾਏ 2 ਸਾਲ ਤੈਨੂੰ ਮੁਫਤ ਕੀ ਹੈਗਾ, ਚਲੋ ਠੀਕ ਹੈ, ਮੱਥਾ ਹੀ ਟੇਕਣਾ, 2 ਸਾਲ ਮਿਲ ਜਾਣ, ਹੋਰ ਕੀ ਚਾਹੀਦਾ। ਕੇਵਲ ਇੱਕ ਬੰਦੇ ਨੂੰ ਮੱਥਾ ਟੇਕਣ ਨਾਲ 2 ਸਾਲ ਮਿਲ ਜਾਣ, ਹੋਰ ਕੀ ਚਾਹੀਦਾ। ਸਾਰੀ ਦੁਨੀਆ ਆ ਗਈ ਹੈ 2 ਸਾਲਾਂ ਦੇ ਮਗਰ। ਦੇਖੋ ਨਾ, ਇਹ ਤੇ ਸਾਡਾ ਸਮਾਜ ਨੂੰ ਇੱਕ ਬੋਤਲ ਦਿਖਾਓ ਤੇ ਲੀਡਰ ਵੋਟਾਂ ਖਰੀਦ ਕੇ ਲੈ ਜਾਂਦੇ, ਜਿਹਨੂੰ 2 ਸਾਲ ਦਾ ਸਵਰਗ ਮਿਲੇ ਉਹਨੂੰ ਹੋਰ ਕੀ ਚਾਹੀਦਾ। ਦੇਖਦੇ ਵੋਟਾਂ ਦੇ ਦਿਨ ਜਦੋਂ ਆਉਂਦੇ ਨੇ, ਪਿੰਡਾਂ 'ਚ ਥਾਵਾਂ 'ਚ ਜਾ ਕੇ ਨਸ਼ੇ ਵੰਡਦੇ ਨੇ, ਹੋਰ ਰਾਜਨੀਤਿਕ ਕੰਮਾਂ ਤੇ ਵੰਡੇ ਜਾਣ ਤੇ ਗੱਲ ਵੱਖਰੀ। ਸਾਡਾ ਇੱਕ ਦੁਰਭਾਗ ਹੈ, ਬਦਕਿਸਮਤੀ ਹੈ, ਗੁਰਦੁਆਰਿਆਂ ਦੀਆਂ ਵੋਟਾਂ ਤੇ ਵੀ ਨਸ਼ੇ ਵੰਡੇ ਜਾਂਦੇ ਨੇ। ਜਿਹੜਾ ਬਹੁਤੇ ਵੰਡੇ ਉਹ ਮੈਂਬਰ ਬਣ ਜਾਂਦਾ, ਉਹ ਫਿਰ ਧਰਮ ਸਥਾਨ ਤੇ ਜਾ ਕੇ ਕਾਬਜ ਹੁੰਦਾ, ਹੁਕਮਨਾਮੇ ਜਾਰੀ ਕਰਾਉਂਦਾ। ਉਹ ਫਿਰ ਜਿਹੜਾ ਬਹੁਤੇ ਵੰਡੇ ਉਹ ਫਿਰ ਧਰਮ ਸਥਾਨ ਦਾ ਮਾਲਕ, ਉਹ ਫਿਰ ਹੁਕਮਨਾਮੇ ਜਾਰੀ ਕਰਾਉਂਦਾ, ਧਰਮ ਦਾ ਠੇਕੇਦਾਰ ਬਣ ਜਾਂਦਾ। ਇਹ ਸਾਡੇ ਸਮਾਜ ਦੀ ਬਦਕਿਸਮਤੀ ਹੈ। ਅਸੀਂ ਗੁਰਮਤ ਦੇ ਮਾਰਗ ਤੋਂ ਭਟਕ ਗਏ ਤੇ ਉਦੋਂ ਵੱਡੀ ਬਦਕਿਸਮਤੀ ਕਿ ਇਹੋ ਜਿਹੇ ਲੋਕਾਂ ਨੂੰ ਅਸੀਂ ਫਿਰ ਆਪਣੇ ਆਗੂ ਮੰਨ ਲੈਂਦੇ, ਉਹਨਾਂ ਦੇ ਗਲਾਂ 'ਚ ਅਸੀਂ ਸਿਰੋਪਾ ਪਾਉਣੇ ਬੁਲਾ ਕੇ। ਇਹਨੂੰ ਕਲਯੁਗ ਕਿਹਾ ਜਾਂਦਾ। ਕਲਯੁਗ ਕੀ ਹੈ? ਕਲਯੁਗ ਇਹ ਹੈ ਕਿ ਕੋਈ ਬੰਦਾ ਹੇਰਾ ਫੇਰੀ ਨਾਲ, ਧੱਕੇ ਦੇ ਨਾਲ ਆਗੂ ਬਣ ਜੇ ਤੇ ਦੁਨੀਆ ਉਹਨੂੰ ਪ੍ਰਵਾਨ ਕਰ ਲੇ। ਜੀ ਇਹੀ ਪ੍ਰਧਾਨ ਸਾਹਿਬ ਨੇ, ਉਹਨੂੰ ਪ੍ਰਵਾਨ ਕਰ ਲੇ ਦੁਨੀਆ। ਇਹਨੂੰ ਕਹਿੰਦੇ ਕਲਯੁਗ। ਤੇ ਉਹ ਕਲਯੁਗ ਤਾਂ ਵਰਤ ਹੀ ਰਿਹਾ। ਇਹੋ ਜਿਹੇ ਲੋਕ ਆ ਗਏ, ਭਾਈ ਤਿਲਕੂ ਜੀ ਨਹੀਂ ਆਇਆ। ਜੋਗੀ ਕਹਿੰਦਾ ਕੋਈ ਰਹਿਤ ਨਹੀਂ ਗਿਆ। ਕਹਿੰਦੇ ਜੀ ਇੱਕ ਬੰਦਾ ਨਹੀਂ ਆਇਆ ਆਪਣੇ ਸ਼ਹਿਰ ਦਾ, ਤਿਲਕੂ ਨਹੀਂ ਆਇਆ। ਕਹਿੰਦੇ ਜਾਓ ਉਹਨੂੰ ਕਹਿ ਦਿਓ 10 ਸਾਲ ਦਾ ਸਵਰਗ। ਤਿਲਕੂ ਨਹੀਂ ਆਇਆ, ਚੱਲ 20 ਸਾਲ ਦਾ ਕਹਿ ਦਿਓ, 30 ਸਾਲ ਦਾ ਕਹਿ ਦਿਓ, 100 ਸਾਲ ਦਾ ਕਹਿ ਦਿਓ। ਤਿਲਕੂ ਜੀ ਨਹੀਂ ਆਏ। ਆਖਰ ਜੋਗੀ ਨੇ ਦੇਖਿਆ ਕਿ ਬੰਦਾ ਬੜਾ ਸਿਆਣਾ ਹੈ, ਇਹ ਬੜਾ ਦ੍ਰਿੜ ਹੈ, ਇੱਕ ਵਾਰ ਆ ਜਾਏ, ਜਿਵੇਂ ਆ ਜਾਏ, ਭਾਈ ਮੈਨੂੰ ਜਾਣਾ ਪਏ। ਜਦੋਂ ਇਹ ਆ ਗਿਆ ਤੇ ਫਿਰ ਤੇ ਸਾਰੀ ਦੁਨੀਆ ਆ ਜਾਏਗੀ ਇਹਦੇ ਆਉਣ ਦੇ ਨਾਲ। ਕਿਉਂਕਿ ਇੱਕ ਵਾਰੀ ਭਾਈ ਤਿਲਕੂ ਆ ਗਿਆ, ਲੋਕੀ ਕਹਿਣਗੇ ਭਾਈ ਤਿਲਕੂ ਗੁਰੂ ਕਾ ਸਿੱਖ ਇੱਥੇ ਆ ਗਿਆ, ਤਾਂ ਮਤਲਬ ਗੁਰੂ ਤੋਂ ਵੱਡਾ ਹੀ ਹੈ ਜੋਗੀ। ਇੱਕ ਵਾਰੀ ਪੱਗ ਬੰਨ ਕੇ, ਗਲ ਕਿਰਪਾਨ ਪਾ ਕੇ ਕਿਸੇ ਕਬਰ ਤੇ ਸਿੱਖ ਚਲ ਗਿਆ, ਲੋਕ ਕਹਿਣੇ ਕਬਰ ਵੱਡੀ ਹੈ ਗੁਰੂ ਨਾਲੋਂ। ਇੱਕ ਵਾਰੀ ਸਿਰ ਤੇ ਸੋਹਣੀ ਦਸਤਾਰ ਸਜਾ ਕੇ, ਗਲ ਗਾਤਰਾ ਪਾ ਕੇ ਰਾਧਾ ਸਵਾਮੀਆਂ ਦੇ ਡੇਰੇ ਚਲ ਗਿਆ, ਲੋਕ ਕਹਿਣਾ ਇਹ ਤੇ ਵਧੀਆ ਹੈ ਗੁਰੂ ਦੇ ਨਾਲੋਂ। ਦੁਨੀਆ ਤੁਰ ਪਈ ਉਧਰ ਨੂੰ। ਇਸ ਕਰਕੇ ਜੋਗੀ ਆਪ ਤੁਰ ਪਿਆ। ਭਾਈ ਤਿਲਕੂ ਜੀ ਨੇ ਦਰਵਾਜ਼ਾ ਬੰਦ ਕਰ ਲਿਆ। ਜੋਗੀ ਨੇ ਦਰਵਾਜ਼ਾ ਖੜਕਾਇਆ, ਉਹ ਭਾਈ ਤਿਲਕੂ ਮੈਂ ਤੈਨੂੰ ਮਿਲਣ ਲਈ ਆਇਆ, ਇੱਕ ਵਾਰੀ ਮੈਨੂੰ ਦੇਖ ਲੈ, ਤੈਨੂੰ 100 ਸਾਲ ਦਾ ਸਵਰਗ
ਭਾਈ ਤਿਲਕੂ ਜੀ ਬੋਲੇ ਨਹੀਂ, ਕਿੰਨਾ ਚਿਰ ਆਵਾਜ਼ਾਂ ਮਾਰਦਾ ਰਿਹਾ। ਆਖਰ ਜੋਗੀ ਨੇ ਦੇਖਿਆ ਕਿ ਬੰਦਾ ਢਹਿਣ ਵਾਲਾ ਨਹੀਂ ਹੈ, ਇਹ ਸਿਆਣਾ ਹੈ। ਕਹਿਣ ਲੱਗਾ, ਉਹ ਜਿਸ ਗੁਰੂ ਦੇ ਪਿਆਰ ਵਿੱਚ ਜੁੜ ਕੇ ਤੂੰ ਇੰਨਾ ਦ੍ਰਿੜ ਹੋ ਗਿਆ ਹੈ, ਸਿਦਕਵਾਨ ਹੋ ਗਿਆ ਹੈ, ਉਸ ਗੁਰੂ ਦਾ ਵਾਸਤਾ ਜੇ ਤੂੰ ਮੈਨੂੰ ਨਹੀਂ ਮਿਲਣਾ ਤੇ ਮੈਨੂੰ ਹੀ ਆਪਣੇ ਦਰਸ਼ਨ ਦੇ ਦੇ, ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇ। ਤੁਸੀਂ ਦ੍ਰਿੜ ਰਹੋਗੇ ਤੇ ਇਹ ਪਖੰਡੀ ਤੁਹਾਡੇ ਦਰਸ਼ਨ ਕਰਨ ਆ ਜਾਣਗੇ, ਤੁਹਾਡੇ ਮਗਰ ਤੁਰ ਪੈਣਗੇ। ਤੁਸੀਂ ਦ੍ਰਿੜ ਰਹੋਗੇ। ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ। ਗੁਰੂ ਕੇ ਬਚਨਾਂ ਦਾ ਆਸਰਾ ਲੈ ਕੇ ਤੁਸੀਂ ਦ੍ਰਿੜ ਰਹੋਗੇ, ਸਿਦਕਵਾਨ ਰਹੋਗੇ ਤੇ ਦੁਨੀਆ ਤੁਹਾਡੇ ਮਗਰ ਮਗਰ ਫਿਰੇਗੀ। ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਈਦ ਦੇ ਚੰਦਰਮਾ ਵਾਂਗੂ ਦੁਨੀਆ ਦੇਖਣ ਲਈ ਤਰਸੇਗੀ। ਭਾਈ ਤਿਲਕੂ ਜੀ ਨੇ ਗੁਰੂ ਦਾ ਨਾਂ ਸੁਣ ਕੇ ਦਰਵਾਜ਼ਾ ਖੋਲਦਿਆਂ ਗੱਲ ਕੀ, ਉਹ ਜੋਗੀ ਕਿਸ ਸਵਰਗ ਦੀ ਗੱਲ ਕਰਦੇ ਆ, ਤੂੰ ਕਿਸ ਵਿਸ਼ ਦੀ ਗੱਲ ਕਰਦਾ? ਮੈਂ ਤੇ ਆਪਣੇ ਗੁਰੂ ਦੇ ਪਿਆਰ ਪਿੱਛੇ ਕਰੋੜਾਂ ਇਹੋ ਜਿਹੇ ਸਵਰਗ ਵਾਰਨ ਲਈ ਤਿਆਰ, ਕਰੋੜਾਂ। ਇੱਕ ਸਵਰਗ ਹੈ ਕੀ ਚੀਜ਼, ਕਵਨ ਸੁਰ ਕਿਆ ਨਰਕ ਵਿਚਾਰਾ, ਇਹ ਵਿਚਾਰੇ ਹੈ ਕੀ ਚੀਜ਼ ਨੇ? ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਉਹ ਭਾਈ ਤੂੰ ਮੈਨੂੰ ਉਸ ਬਿਸਤ ਦਾ ਲਾਲਚ ਦੇ ਰਿਹਾ ਕਿ ਜਿੱਥੇ ਇੰਨੇ ਪੈਗੰਬਰ ਨੇ, ਜਿੱਥੇ ਇੰਨੇ ਖਾਸ ਆਲਮ ਫਾਜ਼ਲ ਨੇ, ਜਿੱਥੇ ਇੰਨੇ ਫਰਿਸ਼ਤੇ ਨੇ, ਤੂੰ ਬਹੁਤ ਕੁਝ ਮੈਨੂੰ ਸੁਣਾਇਆ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਵਾਹਿਗੁਰੂ ਪ੍ਰਭੂ ਜੀ ਮੈਨੂੰ ਆਪਣੇ ਚਰਨਾਂ ਦੇ ਪਿਆਰ ਜੋੜੀ ਰੱਖ, ਮੇਰੇ ਲਈ ਤੇ ਇਹ ਬਿਹਸਤ ਹੈ। ਬਿਹਸਤ, ਜੋ ਸੁੱਖ ਬਿਹਸਤ ਵਿੱਚ ਕਿਹਾ ਜਾਂਦਾ ਹੈ, ਉਹ ਸੁੱਖ ਜੇ ਆਨੰਦ ਸਾਨੂੰ ਜ਼ਿੰਦਗੀ ਚ ਹੁਣੇ ਮਿਲ ਜਾਏ, ਜਿਹਨੂੰ ਕਹਿੰਦੇ ਹਜ਼ੂਰੀ, ਪਰਮਾਤਮਾ ਦੀ ਦਰਗਾਹ। ਪਰਮਾਤਮਾ ਦੀ ਦਰਗਾਹ ਦਾ ਆਨੰਦ ਜੇ ਹੁਣੇ ਹੀ ਮਿਲ ਜਾਏ ਤੇ ਸਾਨੂੰ ਕੀ ਲੋੜ ਪਈ ਸਤਵੇਂ ਆਕਾਸ਼ ਤੇ ਜਾਣ ਦੀ। ਜੇ ਪਰਮਾਤਮਾ ਦੀ ਹਜ਼ੂਰੀ ਦਾ ਆਨੰਦ ਹੁਣੇ ਮਾਣ ਲਈਏ, ਜੋ ਪਰਮਾਤਮਾ ਦੀ ਹਜ਼ੂਰੀ ਚ ਸੁੱਖ ਹੈ ਹੁਣ ਮਿਲ ਜਾਏ, ਉਹ ਹੁਣ ਮਿਲੇਗਾ ਜਦੋਂ ਅਸੀਂ ਆਪਣੀ ਸੁਰਤ ਚ ਪਰਮਾਤਮਾ ਨੂੰ ਵਸਾ ਲਵਾਂਗੇ। ਹੁਣ ਮਿਲੇਗਾ ਜਦੋਂ ਆਪਾਂ ਰੱਬੀ ਗੁਣ ਜ਼ਿੰਦਗੀ ਅੰਦਰ ਗ੍ਰਹਿਣ ਕਰ ਲਾਂਗੇ, ਪਰਮਾਤਮਾ ਹਾਜ਼ਰ ਹਜ਼ੂਰ ਸਾਨੂੰ ਨਜ਼ਰ ਆ ਜਾਏਗਾ ਤੇ ਸਾਨੂੰ ਕੀ ਲੋੜ ਪਈ ਡਿੱਕਣ ਦੀ ਕਿ ਕਦੋਂ ਮਰਾਂਗੇ, ਕਦੋਂ ਬਿਸ਼ਤਾਂ ਵਿੱਚ ਜਾਵਾਂਗੇ, ਕਦੋਂ ਸਵਰਗਾਂ ਵਿੱਚ ਜਾਵਾਂਗੇ। ਲੋੜ ਹੀ ਕੀ ਪਈ ਹੈ? ਅਸੀਂ ਤੇ ਹੁਣੇ ਉਹਦੇ ਵਿੱਚ ਲਿਵਲੀਨ ਆ। ਅਸੀਂ ਤੇ ਐਸ ਜ਼ਿੰਦਗੀ ਨੂੰ ਸਵਰਗ ਬਣਾਉਣਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਪਿਸਤ ਨਜ਼ੀਕ ਰਾਖ ਰਹਿਮਾਨਾ, ਹੇ ਕਿਰਪਾਲੂ ਪ੍ਰਭੂ ਮੈਨੂੰ ਆਪਣੇ ਪਿਆਰ ਜੋੜੀ ਰੱਖ, ਮੇਰੇ ਲਈ ਤੇ ਇਹ ਬਿਸ਼ਤ ਹੈ, ਮੈਨੂੰ ਕਿਸੇ ਬਿਸ਼ਤ ਦੀ ਲੋੜ ਨਹੀਂ ਹੈ, ਕਿਸੇ ਸਵਰਗ ਦੀ ਲੋੜ ਨਹੀਂ ਹੈ, ਮੈਨੂੰ ਕਿਸੇ ਹੋਰ ਫਰਿਸ਼ਤਿਆਂ ਦੀ ਲੋੜ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਨੇ ਉਸ ਮਨੁੱਖ ਨੂੰ ਜਿਹੜਾ ਲਾਲਚ ਦੇ ਰਿਹਾ ਕਿ ਬਿਸ਼ਤਾਂ 'ਚ ਇਹ ਸੁੱਖ ਨੇ, ਰੱਬ ਦੀ ਦਰਗਾਹ 'ਚ ਇਹ ਕੁਝ ਹੈ, ਉਸ ਨੂੰ ਇੱਕ ਮਖੌਲ ਵਾਂਗੂ, ਵਿਅੰਗ ਵਾਂਗੂ ਟਕਰਾਉਂਦਿਆਂ ਹੋਇਆਂ ਕਿ ਮੋਹ ਗਰੀਬ ਕੋ ਗੁਜ਼ਰ ਆਵੇ, ਮਜਲਿਸ ਦੂਰ ਮਹਿਲ ਕੋ ਪਾਵੇ। ਮੈਨੂੰ ਗਰੀਬ ਨੂੰ ਉੱਥੇ ਕਿਸ ਨੇ ਕੀ ਪੁੱਛਣਾ, ਇੰਨੇ ਭੀੜ ਭੜੱਕੇ ਦੇ ਅੰਦਰ ਬਈ ਮੈਂ ਤਾਂ ਨਹੀਂ ਉੱਥੇ ਜਾਂਦਾ। ਹਾਂ, ਮੈਂ ਅਰਦਾਸ ਕਰਨਾ ਕਿ ਪ੍ਰਮਾਤਮਾ ਆਪਣੇ ਪਿਆਰ 'ਚ ਜੋੜ, ਮੇਰੇ ਲਈ ਇਹ ਬਿਸਤ ਹੈ। ਜੋ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਜਾਏ, ਜਦੋਂ ਜੁੜ ਜਾਏ, ਜਿੱਥੇ ਜੁੜ ਜਾਏ, ਜਿਸ ਤਰੀਕੇ ਨਾਲ ਵੀ ਜੁੜ ਜਾਏ, ਉਹ ਜਿਹੜਾ ਅੰਦਰੋਂ ਸੁੱਖ ਮਿਲਦਾ ਹੈ ਨਾ, ਅੰਦਰੋਂ ਸੁੱਖ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ, ਉਹ ਸੁੱਖ ਬਿਹਸਤ ਦਾ ਸੁੱਖ ਹੈ, ਉਹ ਸੁੱਖ ਦਰਗਾਹੀ ਸੁੱਖ ਹੈ। ਉਹ ਸੁੱਖ ਕਿਸੇ ਵਸਤੂ 'ਚੋਂ ਨਹੀਂ ਮਿਲਣਾ। ਜਦੋਂ ਤੁਸੀਂ ਇਮਾਨਦਾਰ ਹੋ ਕੇ, ਜਦੋਂ ਤੁਸੀਂ ਨਿਰਮਾਣਤਾ ਦੇ ਮਾਰਗ ਤੇ ਚੱਲ ਕੇ, ਜਦੋਂ ਤੁਸੀਂ ਸੱਚ ਧਰਮ ਦੇ ਮਾਰਗ ਤੇ ਚੱਲ ਕੇ, ਜਦੋਂ ਤੁਸੀਂ ਜ਼ਿੰਦਗੀ ਦੇ ਅੰਦਰ ਪਰਉਪਕਾਰ ਦੇ ਮਾਰਗ ਤੇ ਚੱਲੋਗੇ, ਤੁਹਾਡੇ ਅੰਦਰ ਇੱਕ ਆਨੰਦ ਪੈਦਾ ਹੁੰਦਾ ਹੈ। ਆਨੰਦ, ਉਹ ਆਨੰਦ ਜਿਹੜਾ ਹੈ ਦਰਗਾਹੀ ਆਨੰਦ ਹੈ, ਉਹ ਆਨੰਦ ਬਿਹਸਤ ਦਾ ਆਨੰਦ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਵਾਹਿਗੁਰੂ ਮੈਨੂੰ ਤੇ ਤੂੰ ਇਸ ਆਨੰਦ 'ਚ ਜੋੜੀ ਰੱਖ, ਬਸ ਇਹੀ ਮੇਰੇ ਲਈ ਬਿਸਤ ਹੈ। ਭਗਤ ਜੀ ਦੇ ਇਹ ਬੜੇ ਅਮੋਲ ਬਚਨ ਨੇ, ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਸਾਨੂੰ ਅਸਲੀ ਜੋ ਜ਼ਿੰਦਗੀ ਦੀ ਬਿਹਸਤ ਹੈ, ਸਵਰਗ ਹੈ, ਉਹ ਗਿਆਨ ਦਿੱਤਾ ਹੈ। ਸਤਿਗੁਰੂ ਜੀ ਮਿਹਰ ਕਰਨ, ਇਹ ਸਾਡੇ ਹਿਰਦੇ 'ਚ ਵਸਣ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ, ਘਰਾਂ ਵਿੱਚ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਪਿਆਰ ਅਦਬ ਸਹਿਤ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ,